ਹੁਣ ਦਿੱਲੀ 'ਚ ਬੈਠੀ ਜਿਹੜੀ ਹਾਈ ਕਮਾਂਡ ਆ ਉਹਨੂੰ ਸਟੇਟ ਦੀ ਹਾਲਾਤ ਕੀ ਨੇ, ਜ਼ਮੀਨੀ ਹਕੀਕਤ ਕੀ ਆ, ਉਹਦੇ ਬਾਰੇ ਦੇ ਵਿੱਚ ਕੋਈ ਜ਼ਿਆਦਾ ਜਾਣਕਾਰੀ ਨਹੀਂ, ਕਿਉਂਕਿ ਉਹਨਾਂ ਦੀ ਜਾਣਕਾਰੀ ਦਾ ਸਰੋਤ ਵੀ ਜਿਹੜਾ ਉਹ ਲੋਕਲ ਲੀਡਰਸ਼ਿਪ ਹੀ ਆ। ਇੱਕ ਟ੍ਰੈਡੀਸ਼ਨ ਇੱਦਾਂ ਦੀ ਬਣ ਗਈ ਆ ਕਿ ਪਿਛਲੇ 4-4 5-5 ਦਹਾਕਿਆਂ ਤੋਂ ਉਹੀ ਪਰਿਵਾਰ ਜਿਹੜੇ ਆ ਉਹ ਅੱਗੇ ਆਉਂਦੇ ਨੇ। ਲੋਕ ਇਹਨਾਂ ਦੇ ਚਿਹਰੇ ਵੇਖ ਵੇਖ ਕੇ ਯੱਕ ਜਾਂਦੇ ਨੇ। ਹੁਣ ਤੁਸੀਂ ਵੇਖੋ ਬਈ, ਜੇ ਅਮਰੀਕਾ ਦੇ ਰਾਸ਼ਟਰਪਤੀ ਦੀ 4 ਸਾਲ ਵਾਸਤੇ ਚੋਣ ਹੁੰਦੀ, 2 ਟਰਮ ਤੋਂ ज़्यादा ਰਾਸ਼ਟਰਪਤੀ ਬਣ ਨਹੀਂ ਸਕਦਾ, ਕੀ ਅਮਰੀਕਾ ਖਤਮ ਹੋ ਗਿਆ? ਨਵੀਂ ਪ੍ਰਤਿਭਾ ਅੱਗੇ ਆ ਜਾਂਦੀ ਹੈ। ਉਹਨਾਂ ਨੇ ਇੱਕ ਵਿਧੀ ਵਿਧਾਨ ਬਣਾ ਲਿਆ ਕਿ ਅਸੀਂ 2 ਵਾਰ ਤੋਂ ਵੱਧ ਕਿਸੇ ਨੂੰ ਬਣਾਉਣਾ ਹੀ ਨਹੀਂ। ਹੁਣ ਤੁਸੀਂ ਵੇਖੋ ਵੀ ਇੰਗਲੈਂਡ ਦੇ ਵਿੱਚ, ਕੈਨੇਡਾ ਦੇ ਵਿੱਚ ਸਰਕਾਰਾਂ ਚੱਲਦੀਆਂ ਨੇ, ਪਤਾ ਉਹਨਾਂ ਦੀਆਂ ਪਾਰਟੀਆਂ ਦੇ ਮੁਖੀ ਕੌਣ ਨੇ? ਕਿਸੇ ਨੂੰ ਨਹੀਂ ਪਤਾ। ਸਾਨੂੰ ਪਤਾ ਕੰਜ਼ਰਵੇਟਿਵ ਦਾ ਮੁਖੀ ਕੌਣ ਹੈ, ਡੈਮੋਕ੍ਰੇਟਿਕ ਦਾ ਮੁਖੀ ਕੌਣ ਹੈ। ਇੰਟਰਨਲ ਪਾਰਟੀ ਦੇ ਅੰਦਰ ਇੰਟਰਨਲ ਡੈਮੋਕ੍ਰੇਸੀ ਵੀ ਕੰਮ ਕਰਦੀ ਹੈ, ਦੇਸ਼ ਦੇ ਵਿੱਚ ਵੀ ਲੋਕਤੰਤਰ ਕੰਮ ਕਰਦਾ, ਔਰ ਉਹ ਦੇਸ਼ ਸਾਡੇ ਨਾਲੋਂ ਤਰੱਕੀ ਵੱਧ ਕਰ ਰਿਹਾ। ਇਹਦਾ ਮਤਲਬ ਸਾਨੂੰ ਸੋਚਣਾ ਚਾਹੀਦਾ ਕਿ ਜਿਹੜਾ ਸਿਸਟਮ ਅਸਾਂ ਅਡੋਪਟ ਕੀਤਾ ਇਹਦੇ 'ਚ ਕਿਤੇ ਨਾ ਕਿਤੇ ਕਮੀਆਂ ਨੇ, ਤਾਂ ਹੀ ਅਸੀਂ ਉਹਨਾਂ ਨੂੰ ਕੰਪੀਟ ਨਹੀਂ ਕਰ ਪਾ ਰਹੇ। ਬਾਠ ਸਾਹਿਬ, ਅੱਜ ਤਾਂ ਲੋਕ ਇਹ ਵੀ ਸੋਚਣ ਲੱਗ ਗਏ ਨੇ ਕਿ ਜੇ ਇੱਥੇ ਗੋਰੇ ਰਹਿ ਜਾਂਦੇ ਤਾਂ ਸ਼ਾਇਦ ਸਾਡੀ ਡਿਵੈਲਪਮੈਂਟ ਜ਼ਿਆਦਾ ਹੋ ਜਾਂਦੀ। ਗੋਰਿਆਂ ਨੂੰ ਕੱਢ ਕੇ ਕਾਲੇ ਅੰਗਰੇਜ਼ਾਂ ਦੇ ਹੱਥ ਅਸਾਂ ਵਾਗਡੋਰ ਦੇ ਕੇ ਆਪਣਾ ਫਿਊਚਰ ਖਰਾਬ ਹੀ ਕਰ ਲਿਆ ਇੱਕ ਤਰ੍ਹਾਂ ਦੇ ਨਾਲ। ਤੇ ਅੱਜ ਸਾਡੇ ਲੋਕਾਂ ਦੇ ਵਿੱਚ ਕੋਈ ਇੰਨੀ ਜ਼ਿਆਦਾ ਸਾਡਾ ਉਹ ਮਾਦਾ ਨਹੀਂ ਰਿਹਾ ਕਿ ਅਸੀਂ ਵਿਰੋਧੀ ਦੀ ਵੀ ਸਿਫਤ ਕਰ ਸਕੀਏ, ਜਾਂ ਜੇ ਰਿਪੋਰਟਿੰਗ ਦੇਣੀ ਹੈ ਤਾਂ ਉਹਨੂੰ ਸੱਚੀ ਰਿਪੋਰਟ ਦਈਏ। ਕਿਉਂਕਿ ਜਿਹੜੀ ਰਿਪੋਰਟ ਜਾਏਗੀ, ਹਰ ਵਿਅਕਤੀ ਜੋ ਰਿਪੋਰਟ ਪੇਸ਼ ਕਰੇਗਾ ਉਹਦਾ ਆਪਣਾ ਨਜ਼ਰੀਆ ਉਸ ਰਿਪੋਰਟ ਦੇ ਵਿੱਚ ਸ਼ਾਮਲ ਹੋਏਗਾ। ਮੈਂ ਇੱਕ ਛੋਟੀ ਜਿਹੀ ਉਦਾਹਰਨ ਦਿਆਂ ਬਾਠ ਸਾਹਿਬ। ਦੱਖਣੀ ਅਫਰੀਕਾ ਦਾ ਆਗੂ ਹੈ ਨੈਲਸਨ ਮੰਡੇਲਾ। ਨੈਲਸਨ ਮੰਡੇਲਾ ਦੀ ਅਗਵਾਈ ਦੇ ਵਿੱਚ ਅਫਰੀਕਾ ਆਜ਼ਾਦ ਹੋਇਆ। ਆਜ਼ਾਦ ਹੋਣ ਦੇ ਬਾਅਦ ਅੰਤਰਿਮ ਸਰਕਾਰ ਬਣਾਈ ਗਈ। ਅੰਤਰਿਮ ਸਰਕਾਰ ਬਣਾਉਣ ਦੇ ਬਾਅਦ ਉੱਥੇ ਸੰਵਿਧਾਨ ਬਣਾਇਆ ਗਿਆ। ਸੰਵਿਧਾਨ ਬਣਾ ਕੇ ਚੋਣਾਂ ਹੋਈਆਂ। ਚੋਣਾਂ ਦੇ ਵਿੱਚ ਨੈਲਸਨ ਮੰਡੇਲਾ ਨੂੰ ਰਾਸ਼ਟਰਪਤੀ ਚੁਣਿਆ ਗਿਆ। ਰਾਸ਼ਟਰਪਤੀ ਚੁਣਨ ਦੇ ਬਾਅਦ ਉੱਥੋਂ ਦੀ ਸੰਸਦ ਨੇ ਇਹ ਫੈਸਲਾ ਕਰ ਲਿਆ ਕਿ ਲਾਈਫ ਟਾਈਮ ਵਾਸਤੇ ਨੈਲਸਨ ਮੰਡੇਲਾ ਨੂੰ ਪ੍ਰੈਜ਼ੀਡੈਂਟ ਰੱਖਿਆ ਜਾਊ। ਪ੍ਰੈਜ਼ੀਡੈਂਟ ਨੇ ਆਪਣੀ ਵੀਟੋ ਪਾਵਰ ਵਰਤਦਿਆਂ ਰੱਦ ਕਰ ਦਿੱਤਾ ਕਿ ਜੇ ਮੰਡੇਲਾ ਮਰ ਜੂ ਤਾਂ ਅਫਰੀਕਾ ਡੁੱਬ ਨਹੀਂ ਚੱਲਿਆ, ਆਪਣੇ ਮੁਲਕ ਨੂੰ ਚਲਾਉਣਾ ਸਿੱਖੋ। ਜਾਂ ਪੰਜਾਬ ਜਿਹੜੀ ਬੇਰੁਜ਼ਗਾਰੀ ਆ, ਤੁਸੀਂ 75 ਸਾਲ ਦੀ ਗੱਲ ਕੀਤੀ, ਉਵੇਂ ਚੱਲਦੀ ਆ ਰਹੀ ਆ। ਜਿਹੜੇ ਨੌਜਵਾਨ ਆ ਉਹ ਬਹੁਤੇ ਵਿਦੇਸ਼ਾਂ ਨੂੰ ਰੁਖ ਕਰ ਗਏ ਆ, ਉਹਦੇ ਬਾਰੇ ਕੋਈ ਕਿਉਂ ਨਹੀਂ ਨੀਤੀ ਲਿਆਂਦੀ ਜਾਂਦੀ? ਇਹ ਲਾਰਿਆਂ ਵਾਅਦਿਆਂ 'ਚ ਕਿਉਂ ਉਲਝੇ ਹੋਏ ਨੇ ਸਾਰੇ? ਤੁਸੀਂ ਮੋਗੇ ਰੈਲੀ ਹੋਈ ਹੈ ਅਕਾਲੀ ਦਲ ਦੀ, ਕਿਸਾਨਾਂ ਨੇ ਉੱਥੇ ਵਿਰੋਧ ਕੀਤਾ। 24 ਘੰਟਿਆਂ ਦੇ ਅੰਦਰ ਅੰਦਰ ਜਿਨ੍ਹਾਂ ਲੋਕਾਂ ਨੇ ਉੱਥੇ ਪ੍ਰੋਟੈਸਟ ਕੀਤਾ ਉਹਨਾਂ ਦੀਆਂ ਫੋਟੋ ਕਿਸ ਸਿਆਸੀ ਲੀਡਰ ਦੇ ਨਾਲ ਲੱਥੀਆਂ, ਕਦੋਂ ਲੱਥੀਆਂ, ਕੌਣ ਉਹਦਾ ਨਾਂ ਆ, ਕੌਣ ਉਹਦੇ ਭਾਪੇ ਦਾ ਨਾਂ ਆ, ਕਿਹੜੇ ਪਿੰਡ ਦਾ ਰਹਿਣ ਵਾਲਾ, ਸਾਰਾ ਕੁਝ ਜ਼ਾਹਰ ਹੋ ਗਿਆ। ਪਰ ਅਫਸੋਸ ਦੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ, ਅੰਗ ਅੰਗ ਕਰਕੇ ਗਲੀਆਂ 'ਚ ਖਿਲਾਰਨ ਵਾਲੇ, ਔਰ ਚੈਲੰਜ ਕਰਕੇ ਖਿਲਾਰਨ ਵਾਲਿਆਂ ਦੀ ਅੱਜ ਤੱਕ ਸ਼ਨਾਖਤ ਨਹੀਂ ਹੋਈ। ਫਿਰ ਲੋਕ ਸਵਾਲ ਤਾਂ ਕਰਨਗੇ ਨਾ। ਸਵਾਗਤ ਹੈ ਜੀ, ਤੁਸੀਂ ਦੇਖ ਰਹੇ ਹੋ ਗਰਾਊਂਡ ਪੰਜਾਬ ਟੀਵੀ ਤੇ ਮੈਂ ਹਾਂ ਗੁਰਿੰਦਰ ਸਿੰਘ ਬਾਠ। ਸੂਬੇ ਦੀ ਸਿਆਸਤ ਨੂੰ ਲੈ ਕੇ ਅੱਜ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਜੁੜੇ ਨੇ ਭਾਈ ਜ਼ੋਰਾਵਰ ਸਿੰਘ ਅਜਨਾਲਾ, ਜੋ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਆਪਣੀ ਚਿੰਤਾ ਵੀ ਜ਼ਾਹਰ ਕਰਦੇ ਨੇ ਔਰ ਸਿਆਸੀ ਪਾਰਟੀਆਂ ਦੇ ਵਿੱਚ ਉਹਨਾਂ ਨੇ ਆਪਣੀ ਇਹ ਭੂਮਿਕਾ ਨਿਭਾਈ ਹੈ। ਗੱਲਬਾਤ ਸਾਰੀਆਂ ਪਾਰਟੀਆਂ ਨੂੰ ਲੈ ਕੇ ਕਰਾਂਗੇ ਕਿ ਇਸ ਵੇਲੇ ਸੂਬੇ ਦੇ ਕੀ ਹਾਲਾਤ ਨੇ, ਕਿਉਂਕਿ 2022 ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਆਪਣੇ ਪੱਧਰ 'ਤੇ ਸਿਆਸੀ ਸਰਗਰਮੀਆਂ ਚਲਾ ਰਹੀਆਂ ਨੇ। ਬੇਸ਼ੱਕ ਕਿਸਾਨ ਅੰਦੋਲਨ ਇਸ ਵੇਲੇ ਸਿਖਰ 'ਤੇ ਹੈ ਔਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਸਮੇਂ-ਸਮੇਂ 'ਤੇ ਵੱਖ-ਵੱਖ ਐਲਾਨ ਜਿਹੜੇ ਨੇ ਉਹ ਸੂਬੇ ਦੀ ਸਿਆਸਤ ਨੂੰ ਲੈ ਕੇ ਕੀਤੇ ਜਾਂਦੇ ਨੇ। ਪਰ ਅਸਲ 'ਚ ਹਕੀਕਤ ਕੀ ਹੈ, ਗਰਾਊਂਡ ਪੱਧਰ 'ਤੇ ਰਿਪੋਰਟ ਕੀ ਹੈ, ਲੋਕਾਂ ਦੇ ਵਿੱਚ ਇਸ ਵੇਲੇ ਕੀ ਚਰਚਾ ਚੱਲਦੀ ਪਈ ਔਰ ਕਿਸ ਪਾਰਟੀ ਨੂੰ ਲੱਗਦਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੜ ਸੱਤਾ ਦੀ ਪ੍ਰਾਪਤੀ ਹੋ ਸਕਦੀ ਆ। ਸੋ ਗੱਲਬਾਤ ਕਰਾਂਗੇ। ਭਾਜੀ, ਹਾਲਾਤ ਇਸ ਤਰ੍ਹਾਂ ਦੇ ਬਣ ਗਏ ਆ ਕਿ 2-3-4 ਮਹੀਨੇ ਰਹਿ ਗਏ ਨੇ ਇਲੈਕਸ਼ਨ ਦੇ ਐਲਾਨ ਹੋਣ 'ਚ, ਪਰ ਅਜੇ ਕੋਈ ਲੱਗਦਾ ਨਹੀਂ ਹੈ ਕਿ ਕੋਈ ਪਾਰਟੀ ਜਿਹੜੀ ਆ ਉਹ ਜ਼ਮੀਨੀ ਪੱਧਰ 'ਤੇ ਲੋਕਾਂ ਦਾ ਵਿਸ਼ਵਾਸ ਜਿਹੜਾ ਹਾਸਲ ਕਰ ਸਕਦੀ ਹੋਵੇ ਜਾਂ ਆਪਣੀਆਂ ਨੀਤੀਆਂ ਨੂੰ ਲੈ ਕੇ ਭਰੋਸਾ ਪ੍ਰਗਟ ਕਰ ਸਕਦੀ ਹੋਵੇ, ਕੋਈ ਵੇਵ ਬਣ ਸਕੇ ਕਿ ਹਾਂ ਆਹ ਜਿਹੜੀ ਪਾਰਟੀ ਆ ਇਹ ਉੱਭਰ ਕੇ ਸਾਹਮਣੇ ਆ ਰਹੀ ਆ। ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ, ਕੀ ਸਿਆਸੀ ਚਿੰਤਨ ਕਰਦੇ ਹੋ ਕਿ ਕੀ ਲੱਗਦਾ ਹੈ ਕਿ ਕਿਹੜੀ ਪਾਰਟੀ ਜਿਹੜੀ ਆ ਉਹ ਤਰਜਮਾਨੀ ਕਰ ਸਕਦੀ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਲੋਕ ਮੁੱਦਿਆਂ ਦੀ? ਬਾਠ ਸਾਹਿਬ, ਤੁਹਾਡੀ ਚਿੰਤਾ ਜਿਹੜੀ ਹੈ ਬਿਲਕੁਲ ਵਾਜਬ ਹੈ। ਇਹ ਸ਼ਾਇਦ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਰਿਹਾ ਹੈ ਕਿ ਸਰਕਾਰ ਦੇ ਫੇਲੀਅਰ ਦਾ ਐਡਵਾਂਟੇਜ ਵਿਰੋਧੀ ਧਿਰ ਨੂੰ ਮਿਲਦਾ ਨਜ਼ਰ ਨਹੀਂ ਆ ਰਿਹਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਰਕਾਰ ਨੇ 4.5 ਸਾਲ ਦੇ ਸਮੇਂ ਦੇ ਵਿੱਚ
ਜਿਹੜੇ ਉਸ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਸੀ, ਜਿਹੜੇ ਮਿੱਥੇ ਸਮੇਂ ਦੇ ਵਿੱਚ ਪੂਰੇ ਕਰਨੇ ਸੀ, ਉਹਨਾਂ ਦੇ ਵਿੱਚ ਜੇ ਕੋਈ ਕੰਮ ਹੋਇਆ ਤੇ ਉਹ ਬਹੁਤ ਥੋੜ੍ਹਾ ਹੋਇਆ, ਨਿਗੁਣਾ ਕਹਿ ਸਕਦੇ ਹਾਂ, ਜਿਵੇਂ ਊਠ ਦੇ ਮੂੰਹ 'ਚ ਜ਼ੀਰਾ ਹੋਵੇ। ਔਰ ਪਾਰਟੀ ਦੇ ਅੰਦਰ ਦਾ ਕਾਟੋ ਕਲੇਸ਼ ਵੀ ਇਹੀ ਗੱਲ ਜ਼ਾਹਰ ਕਰਦਾ ਹੈ ਕਿ ਜੋ ਲੋਕਾਂ ਦੀਆਂ ਆਸਾਂ ਉਮੀਦਾਂ ਸਨ, ਜਾਂ ਜੋ ਪਾਰਟੀ ਦੀ ਲੋਕਲ ਲੀਡਰਸ਼ਿਪ ਦੀਆਂ ਆਸਾਂ ਉਮੀਦਾਂ ਸਨ ਆਪਣੀ ਲੀਡਰਸ਼ਿਪ ਤੋਂ, ਉਹਨਾਂ ਦੇ ਉੱਤੇ ਪਾਰਟੀ ਕਿਤੇ ਨਾ ਕਿਤੇ ਖਰੀ ਉਤਰਨ ਦੇ ਵਿੱਚ ਕਾਮਯਾਬ ਨਹੀਂ ਹੋ ਸਕੀ। ਪਰ ਤੁਸੀਂ ਇਹ ਗੱਲ ਕਰਦੇ, ਲੋਕ ਵੀ ਕਰਦੇ ਨੇ, ਚਲੋ ਆਪਾਂ ਲੋਕ ਚਰਚਾ ਜਿਹੜੀ ਆ ਇਹ ਕਰਨੀ ਆ। ਕੀ ਗੱਲ ਹੈ ਹਾਈ ਕਮਾਂਡ ਜਿਹੜੀ ਕਾਂਗਰਸ ਦੀ ਆ ਦਿੱਲੀ, ਉਹਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਆਉਂਦੀ ਕਿ ਉਹ ਅਜੇ ਵੀ ਰਾਵਤ ਸਾਹਿਬ ਜਿਹੜੇ ਉਹ ਬਿਆਨ ਦਿੰਦੇ ਆ ਕਿ ਆਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਫਿਰ ਕੈਪਟਨ ਦੀ ਅਗਵਾਈ 'ਚ ਲੜੀਆਂ ਜਾਣਗੀਆਂ, ਤੇ ਕੈਪਟਨ ਦੇ ਹਾਲਾਤ ਜੋ ਲੱਗਦੇ ਨੇ ਪਿਛਲੇ 4.5 ਸਾਲਾਂ 'ਚ ਕਿ ਇੱਕ ਲੋਕ ਲੀਡਰ ਤੋਂ ਉਹ ਬੜਾ ਖੁੱਸ ਗਏ ਨੇ ਪਿੱਛੇ, ਕਿ ਹੁਣ ਲੋਕ ਜਿਹੜੇ ਉਸ ਨਜ਼ਰ ਨਾਲ ਨਹੀਂ ਵੇਖਦੇ, ਉਹ ਵੀ ਸਵਾਲ ਖੜੇ ਕਰਦੇ ਨੇ ਉਹਦੇ 'ਤੇ। ਵੇਖੋ, ਇਹ ਗੱਲ ਬਿਲਕੁਲ ਠੀਕ ਹੈ, ਲੋਕਾਂ ਦੇ ਵਿੱਚ ਭਰੋਸੇਯੋਗਤਾ ਜਿਹੜੀ ਆ ਘਟੀ ਹੈ, ਪਰ ਇੱਕ ਜਿਹੜਾ ਹਾਈ ਕਮਾਂਡ ਕਲਚਰ ਹੈ ਨਾ, ਹੁਣ ਦਿੱਲੀ 'ਚ ਬੈਠੀ ਜਿਹੜੀ ਹਾਈ ਕਮਾਂਡ ਆ, ਉਹਨੂੰ ਸਟੇਟ ਦੀ ਹਾਲਾਤ ਕੀ ਨੇ, ਜ਼ਮੀਨੀ ਹਕੀਕਤ ਕੀ ਆ, ਉਹਦੇ ਬਾਰੇ ਦੇ ਵਿੱਚ ਕੋਈ ਜ਼ਿਆਦਾ ਜਾਣਕਾਰੀ ਨਹੀਂ, ਕਿਉਂਕਿ ਉਹਨਾਂ ਦੀ ਜਾਣਕਾਰੀ ਦਾ ਸਰੋਤ ਵੀ ਜਿਹੜਾ ਉਹ ਲੋਕਲ ਲੀਡਰਸ਼ਿਪ ਹੀ ਹੈ। ਤੇ ਅੱਜ ਸਾਡੇ ਲੋਕਾਂ ਦੇ ਵਿੱਚ ਕੋਈ ਇੰਨੀ ਜ਼ਿਆਦਾ ਸਾਡਾ ਉਹ ਮਾਦਾ ਨਹੀਂ ਰਿਹਾ ਕਿ ਅਸੀਂ ਵਿਰੋਧੀ ਦੀ ਵੀ ਸਿਫਤ ਕਰ ਸਕੀਏ, ਜਾਂ ਜੇ ਰਿਪੋਰਟਿੰਗ ਦੇਣੀ ਆ ਤਾਂ ਉਹਨੂੰ ਸੱਚੀ ਰਿਪੋਰਟ ਦਈਏ, ਕਿਉਂਕਿ ਜਿਹੜੀ ਰਿਪੋਰਟ ਜਾਏਗੀ, ਹਰ ਵਿਅਕਤੀ ਜੋ ਰਿਪੋਰਟ ਪੇਸ਼ ਕਰੇਗਾ ਉਹਦਾ ਆਪਣਾ ਨਜ਼ਰੀਆ ਉਸ ਰਿਪੋਰਟ ਦੇ ਵਿੱਚ ਸ਼ਾਮਲ ਹੋਏਗਾ, ਉਹ ਆਪਣੇ ਨਜ਼ਰੀਏ ਦੇ ਮੁਤਾਬਕ ਆਪਣੇ ਵਿਚਾਰ ਜਿਹੜੇ ਨੇ ਉਹਨਾਂ ਨੂੰ ਐਕਸਪਲੇਨ ਕਰੇਗਾ। ਔਰ ਜਿਹੜੀ ਸੋ ਕਾਲਡ ਹਾਈ ਕਮਾਂਡ ਕਾਂਗਰਸ ਦੀ ਗਿਣੀ ਜਾਂਦੀ ਆ, ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ 2017 ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਸੀ, ਉਹ ਇਲੈਕਸ਼ਨ ਪੰਜਾਬ ਕਾਂਗਰਸ ਨੇ ਨਹੀਂ ਜਿੱਤੀ, ਉਹ ਕੈਪਟਨ ਅਮਰਿੰਦਰ ਸਿੰਘ ਦੇ ਚਿਹਰੇ ਨੂੰ ਅੱਗੇ ਲਾ ਕੇ ਜਿੱਤੀ ਗਈ ਹੈ। ਔਰ ਉਹ ਕਿਤੇ ਨਾ ਕਿਤੇ ਜਿਹੜੀ ਜਿੱਤ ਸੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ, ਕੈਪਟਨ ਅਮਰਿੰਦਰ ਸਿੰਘ ਦੀ ਸ਼ੈਡੋ ਦੇ ਵਿੱਚ, ਉਸ ਦੇ ਚਿਹਰੇ ਨੂੰ ਲੈ ਕੇ ਜਿੱਤੀ ਗਈ ਸੀ। ਤੇ ਪਰ ਹੁਣ ਉਹ ਚਿਹਰਾ ਜਿਹੜਾ ਉਸ ਲੈਵਲ ਦਾ ਰਿਹਾ ਆ ਕਿ ਫਿਰ ਉੱਤੇ ਖੇਡਿਆ ਜਾ ਸਕਦਾ ਨਹੀਂ, ਹੁਣ ਉਹ ਚਿਹਰੇ ਦਾ ਅਕਸ ਜਿਹੜਾ ਧੁੰਦਲਾ ਹੋ ਗਿਆ, ਔਰ ਧੁੰਦਲਾ ਕਰਨ ਦੇ ਵਿੱਚ ਮੈਨੀਫੈਸਟੋ ਦੇ ਵਿੱਚ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨਾ, ਔਰ ਉਹਨਾਂ ਵਾਅਦਿਆਂ ਦੀ ਖਿਲਾਫੀ ਦੇ ਖਿਲਾਫ ਸਾਥੀਆਂ ਦਾ ਉੱਭਰ ਕੇ ਸਾਹਮਣੇ ਆ ਜਾਣਾ, ਔਰ ਪਾਰਟੀ ਲੀਡਰਸ਼ਿਪ ਤੇ ਦੂਸਰੇ ਲਫ਼ਜ਼ਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਆਪਣੀ ਸ਼ਖਸੀਅਤ ਦੇ ਉੱਤੇ ਕਿੰਤੂ ਪਰੰਤੂ ਕਰਨਾ, ਉਹਦੇ ਨਾਲ ਇਹ ਚਿਹਰਾ ਧੁੰਦਲਾ ਹੋਇਆ ਔਰ ਲੋਕਾਂ ਦੇ ਵਿੱਚ ਸਾਖ ਡਿੱਗੀ ਹੈ। ਪਰ ਸਭ ਤੋਂ ਵੱਡੀ ਗੱਲ ਜਿਹੜੀ ਨਜ਼ਰ ਆ ਰਹੀ ਹੈ ਇਸ ਵੇਲੇ ਕਿ ਇਹ ਸਾਖ ਡਿੱਗ ਜਾਣ ਦੇ ਬਾਅਦ ਵੀ ਜਿਸ ਚੀਜ਼ ਦਾ ਫਾਇਦਾ ਵਿਰੋਧੀ ਧਿਰ ਨੂੰ ਚੁੱਕਣਾ ਚਾਹੀਦਾ ਸੀ, ਉਹ ਵਿਰੋਧੀ ਧਿਰ ਨੂੰ ਵੀ ਮਿਲਦਾ ਨਜ਼ਰ ਨਹੀਂ ਆ ਰਿਹਾ। ਤੇ ਆਪਾਂ ਵਿਰੋਧੀ ਧਿਰ ਤੇ ਵੀ ਆਵਾਂਗੇ। ਤੁਸੀਂ ਹਾਈ ਕਮਾਂਡ ਦੀ ਗੱਲ ਕੀਤੀ ਹੈ ਕਿ ਉਹਨਾਂ ਨੂੰ ਸਟੇਟ ਦੇ ਬਹੁਤੇ ਗਰਾਊਂਡ ਰਿਪੋਰਟ ਦਾ ਨਹੀਂ ਪਤਾ ਹੁੰਦਾ ਕਿ ਕੀ ਚੱਲਦਾ ਪਿਆ, ਪਰ ਜੇ ਪਿਛਲੀਆਂ ਸਰਗਰਮੀਆਂ ਕੁਝ ਦਿਨਾਂ ਦੀਆਂ ਵੇਖ ਲਈ, ਉਹਨਾਂ ਨੇ ਪ੍ਰਧਾਨ ਬਦਲ ਕੇ ਵੀ ਵੇਖ ਲਿਆ, ਉਹਨੂੰ ਅਗਵਾਈ ਦੇ ਕੇ ਵੀ ਵੇਖ ਲਈ, ਪਰ ਫਿਰ ਵੀ ਜਿਸ ਚੀਜ਼ ਨੂੰ ਉਹ ਉਭਾਰਨਾ ਚਾਹੁੰਦੇ, ਮੈਨੂੰ ਲੱਗਦਾ ਉਹ ਸਾਹਮਣੇ ਨਹੀਂ ਆਈ। ਪ੍ਰਧਾਨ ਵੀ ਉਹਨਾਂ ਦਾ ਜਿਹੜਾ ਹੈ ਉਹ ਫਿਰ ਬੰਦ ਕਮਰੇ 'ਚ ਹੀ ਬੰਦ ਕਮਰਾ ਹੀ ਹੋ ਕੇ ਰਹਿ ਗਿਆ। ਬਾਰ ਸਾਹਿਬ, ਗੱਲ ਇਹ ਆ ਵੀ ਤੁਸੀਂ ਸਿਆਣੇ ਹੋ ਵੀ ਜਿਹੜਾ ਪ੍ਰਧਾਨ ਬਦਲਿਆ ਗਿਆ, ਜਿਨ੍ਹਾਂ ਨੇ ਵਿਰੋਧ ਦੀਆਂ ਸੁਰਾਂ ਉੱਚੀਆਂ ਕੀਤੀਆਂ, ਉਹਨਾਂ ਦਾ ਵਿਰੋਧ ਪਾਰਟੀ ਲੀਡਰਸ਼ਿਪ ਦੇ ਖਿਲਾਫ ਤੇ ਆਈ ਨਹੀਂ ਸੀ, ਪਾਰਟੀ ਪ੍ਰਧਾਨ ਦੇ ਖਿਲਾਫ ਤੇ ਆਈ ਨਹੀਂ ਸੀ, ਉਹਨਾਂ ਦਾ ਤਾਂ ਰੋਸ ਸੀ ਸਰਕਾਰ ਦੇ ਖਿਲਾਫ, ਤੇ ਬਦਲ ਦਿੱਤਾ ਪਾਰਟੀ ਨੇ ਸੂਬੇ ਦਾ ਪ੍ਰਧਾਨ। ਤੇ ਜਿਹੜਾ ਸੂਬੇ ਦਾ ਪ੍ਰਧਾਨ ਇੱਕ ਬੰਦਾ ਕੰਮ ਚਲਾ ਰਿਹਾ ਸੀ, ਉਹਦੀ ਜਗ੍ਹਾ ਦੇ ਉੱਤੇ ਇੱਕ ਪ੍ਰਧਾਨ ਤੇ 4 ਨਾਲ ਵਰਕਿੰਗ ਪ੍ਰਧਾਨ ਲਾਤੇ। ਵਰਕਿੰਗ ਪ੍ਰਧਾਨ ਦਾ ਮਤਲਬ ਹੈ ਕੰਮ ਕਰਨ ਵਾਲੇ ਪ੍ਰਧਾਨ, ਇਹਦਾ ਮਤਲਬ ਜਿਹਨੂੰ ਪ੍ਰਧਾਨ ਰਿਹਾ ਉਹ ਵਿਹਲਾ ਹੀ ਪ੍ਰਧਾਨ ਆ, ਉਹਨੇ ਵਿਹਲੇ ਹੀ ਰਹਿਣਾ, ਤੇ ਕੰਮ ਕਰਨ ਵਾਸਤੇ 4 ਨਾਲ ਲਾਤੇ। ਜਿਹੜਾ ਕੰਮ ਇੱਕ ਵਿਅਕਤੀ ਦੀ ਅਗਵਾਈ ਦੇ ਵਿੱਚ ਚੱਲ ਰਿਹਾ ਸੀ, ਉੱਥੇ 4 ਬੰਦੇ ਲਾਤੇ ਗਏ, ਨਤੀਜਾ ਫਿਰ ਵੀ ਜ਼ੀਰੋ, ਕਿਉਂਕਿ ਉਹਨਾਂ ਦੀ ਮੰਗ ਤਾਂ ਸੀ ਸਰਕਾਰ ਦੇ ਵਿੱਚ ਤਬਦੀਲੀ ਕਰਨ ਦੀ, ਜਾਂ ਸਰਕਾਰ ਦੀ ਕਾਰਜਸ਼ੈਲੀ ਦੇ ਵਿੱਚ ਤਬਦੀਲੀ ਲਿਆਉਣ ਦੀ। ਤਬਦੀਲੀ ਕਰ ਦਿੱਤੀ ਗਈ ਆ ਪਾਰਟੀ ਸੰਗਠਨ ਦੇ ਵਿੱਚ, ਉਹ ਤਬਦੀਲੀ ਕਰਨੀ ਹੋਈ ਹੈ ਦੱਸਦੀ ਆ ਕਿ ਹਾਈ ਕਮਾਂਡ ਇਸ ਦੇ ਬਾਰੇ 'ਚ ਕਿੰਨੀ ਕੁ ਸੰਜੀਦਾ ਹੈ। ਪਰ ਸਿੱਧੂ ਸਾਹਿਬ ਵੀ ਕੁਝ ਨਹੀਂ ਕਰ ਸਕੇ। ਉਹ ਕਹਿੰਦੇ ਨਾ ਕਿ ਜਿਵੇਂ ਦੀ ਬੰਦੇ ਦੀ ਇਮੇਜ ਬਣ ਜਾਂਦੀ ਹੈ ਨਾ, ਕਿ ਪਹਿਲਾਂ ਆਪਾਂ ਕ੍ਰਿਕਟ ਖੇਡਦੇ ਰਹੇ ਹਾਂ, ਫਿਰ ਫਿਲਮਾਂ 'ਚ ਕੰਮ ਕਰਦੇ ਰਹੇ ਹਾਂ, ਉਹ ਜਦੋਂ ਪ੍ਰਧਾਨਗੀ ਦੀ ਤਾਜਪੋਸ਼ੀ ਸੀ ਤੇ ਹੱਥਾਂ ਨੂੰ ਥੁੱਕ ਲਾ ਲਿਆ ਤੇ ਸ਼ਾਟ ਖੇਡਦਾ, ਉਹ ਮੈਨੂੰ ਲੱਗਦਾ ਜਿਹੜਾ ਸ਼ਾਟ ਖੇਡਿਆ ਹਵਾ 'ਚ ਗਿਆ ਤੇ ਆਪ ਵੀ ਨਾਲ ਹਵਾ 'ਚ ਉੱਡ-ਪੁੱਡ ਗਏ ਨੇ ਕਿਤੇ। ਦੇਖੋ, ਰਾਜਨੀਤੀ ਦੇ ਵਿੱਚ ਨਾ ਤਹੱਮਲ, ਪੇਸ਼ੈਂਸ ਜਿਹੜਾ ਸਭ ਤੋਂ ਜ਼ਿਆਦਾ ਜ਼ਰੂਰੀ ਹੋਇਆ, ਜਿਹੜਾ ਕਿ ਸਿੱਧੂ ਸਾਹਿਬ 'ਚ ਵੇਖਣ ਨੂੰ ਘੱਟ ਮਿਲਦਾ। ਉਹਨਾਂ 'ਚ ਪੇਸ਼ੈਂਸ ਹੈ ਨਹੀਂ, ਔਰ ਜ਼ਿਆਦਾ ਕਾਹਲੀ ਕਦਮ ਪੁੱਟਣ ਵਾਲੇ ਨੂੰ ਅਕਸਰ ਠੇਡੇ ਲੱਗ ਜਾਇਆ ਕਰਦੇ ਆ। ਸਿੱਧੂ ਸਾਹਿਬ ਨੇ ਜਿਸ ਤਰੀਕੇ ਦਾ ਜਿੱਦਣ ਉਹਨਾਂ ਨੇ ਅਹੁਦਾ ਸੰਭਾਲਿਆ ਉੱਥੇ ਰਿਐਕਟ ਕੀਤਾ, ਉਹਨਾਂ ਦੇ ਰਿਐਕਟ ਕਰਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦੇ ਸਾਹਮਣੇ ਕਦਾਵਰ ਸਾਬਤ ਕਰ ਦਿੱਤਾ।
ਕੈਪਟਨ ਅਮਰਿੰਦਰ ਸਿੰਘ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਆਪਣੇ ਭਾਸ਼ਣ ਦੇ ਵਿੱਚ 2-3 ਵਾਰ ਨਾਂ ਲੈ ਕੇ ਸੰਬੋਧਨ ਕੀਤਾ ਗਿਆ ਔਰ ਆਪਣੇ ਤੇ ਉਹਨਾਂ ਦੇ ਪਰਿਵਾਰ ਦੇ ਰਿਸ਼ਤਿਆਂ ਦੀ ਗੱਲ ਕੀਤੀ ਗਈ ਔਰ ਇਹ ਕਿਹਾ ਗਿਆ ਕਿ ਮੈਂ ਨਾਲ ਮਿਲ ਕੇ ਚੱਲਣ ਨੂੰ ਤਿਆਰ ਹਾਂ, ਬਟ ਉਹਦੇ ਬਾਵਜੂਦ ਜਿਸ ਤਰੀਕੇ ਦਾ ਐਕਟ ਸਿੱਧੂ ਸਾਹਿਬ ਵੱਲੋਂ ਕੀਤਾ ਗਿਆ ਉਹਨੂੰ ਆਮ ਪਬਲਿਕ ਦੇ ਵਿੱਚ ਜਾਂ ਜਿਹੜਾ ਬੁੱਧੀਜੀਵੀ ਵਰਗ ਆ ਉਹਦੇ ਵਿੱਚ ਕੋਈ ਉਹਨੂੰ ਸਰਾਹਿਆ ਨਹੀਂ ਗਿਆ। ਕੈਪਟਨ ਅਮਰਿੰਦਰ ਸਿੰਘ ਦੀ ਉਸ ਵੇਲੇ ਲਚਕੀਲੇਪਨ ਨੇ ਕੈਪਟਨ ਅਮਰਿੰਦਰ ਸਿੰਘ ਦੀ ਛਵੀ ਨੂੰ ਸਿੱਧੂ ਦੇ ਮੁਕਾਬਲੇ ਕਦਾਵਰ ਸਾਬਤ ਕੀਤਾ। ਹੁਣ ਇਹ ਸਵਾਲ ਤੋਂ ਬਾਅਦ ਆਪਾਂ ਅਕਾਲੀ ਦਲ ਤੇ ਆਉਂਦੇ ਹਾਂ ਕਿ ਜੇਕਰ ਫਿਰ 2022 ਚ ਕੈਪਟਨ ਨੂੰ ਅੱਗੇ ਲਾ ਕੇ ਚੋਣਾਂ ਲੜੀਆਂ ਨੇ, ਜਿਵੇਂ ਰਾਵਤ ਸਾਹਿਬ ਦਾ ਅੱਜ ਹੀ ਬਿਆਨ ਇੱਕ ਤਾਜ਼ਾ ਆਇਆ ਕਿ ਪਾਰਟੀ ਦੇ ਵਿੱਚ ਜਿਹੜੀ ਆ ਦੋਫਾੜ ਨਹੀਂ ਪਸੰਦ ਕੀਤੀ ਜਾਏਗੀ, ਕੋਈ ਵੀ ਲੀਡਰ ਹੁਣ ਇਸ ਮਸਲੇ ਨੂੰ ਲੈ ਕੇ ਦਿੱਲੀ ਵੱਲ ਨੂੰ ਨਾ ਆਵੇ, ਜੇ ਕੋਈ ਆਉਂਦਾ ਤਾਂ ਉਹਨੂੰ ਮਿਲਿਆ ਨਹੀਂ ਜਾਏਗਾ, ਸਿੱਧਾ ਸਾਫ਼ ਸਪਸ਼ਟ ਕੀਤਾ। ਤੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਆ ਅਗਵਾਈ ਉਹਦੇ 'ਚ ਹੀ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਜਾਣਗੀਆਂ। ਕੀ ਲੱਗਦਾ ਹੈ ਕਿ ਹੁਣ ਇਹ ਜਿਹੜੀਆਂ 22 ਦੀਆਂ ਵਿਧਾਨ ਸਭਾ ਚੋਣਾਂ ਆ, ਇਹ ਕੈਪਟਨ ਜਿਹੜੇ ਆ ਕੋਈ ਆ ਮੰਤਰ ਖੇਡ ਸਕਦੇ ਆ ਕਿ ਕਾਂਗਰਸ ਜਿਹੜੀ ਆ ਫਿਰ ਆਪਣੀ ਸਰਕਾਰ ਬਣਾ ਸਕੇ ਪੰਜਾਬ 'ਚ? ਗੱਲ ਇਹ ਹੋ ਗਈ ਆ ਕਿ ਹਾਲਾਤ ਇੱਦਾਂ ਦੇ ਬਣ ਗਏ ਨੇ ਕਿ ਅਸੀਂ ਆਪਣੇ ਕੀਤੇ ਦੇ ਉੱਤੇ, ਕੋਈ ਵੀ ਲੀਡਰ ਆਪਣੇ ਕੀਤੇ ਦੇ ਉੱਤੇ, ਆਪਣੇ ਕੰਮਾਂ ਦੇ ਆਧਾਰ ਦੇ ਉੱਤੇ ਵੋਟ ਮੰਗਣ ਜੋਗਾ ਨਹੀਂ ਹੈਗਾ ਕਿ ਜਾ ਕੇ ਕੰਮ ਕਰਨਾ। ਇਹ ਤਾਂ ਦੂਸਰੇ ਦੇ ਫੇਲੀਅਰ ਦੇ ਉੱਤੇ, ਦੂਸਰੇ ਦੀ ਨਾਕਾਮੀ ਦੇ ਉੱਤੇ ਆਪਣੀ ਵੋਟ ਕੈਪਚਰ ਕਰਨ ਦੀ ਤਾਕ ਵਿੱਚ ਆ। ਇਹ ਇਕੱਲਾ ਇੱਕ ਪਾਰਟੀ ਦਾ ਨਹੀਂ, ਪੰਜਾਬ 'ਚ ਜਿੰਨੀਆਂ ਵੀ ਪਾਰਟੀਆਂ ਇਸ ਵੇਲੇ ਵਿਚਰ ਰਹੀਆਂ ਸਾਰਿਆਂ ਦਾ ਕਲਚਰ ਲਗਭਗ ਇੱਕੋ ਜਿਹਾ ਹੀ ਹੋ ਗਿਆ। ਹੁਣ ਤੁਸੀਂ ਵਿਰੋਧੀ ਧਿਰ ਦੀ ਗੱਲ ਕੀਤੀ ਸੀ ਕਿ ਜਿਹੜਾ ਕਾਂਗਰਸ ਦਾ ਕਲੇਸ਼ ਹੈ ਉਹ ਵਿਰੋਧੀ ਧਿਰ ਜਿਹੜਾ ਹੈ ਉਹਦਾ ਫਾਇਦਾ ਨਹੀਂ ਚੁੱਕ ਸਕੀ, ਪਰ ਬੜੀ ਹੈਰਾਨੀ ਦੀ ਗੱਲ ਆ ਕਿ ਇਸ ਵੇਲੇ ਸੁਖਬੀਰ ਸਿੰਘ ਬਾਦਲ ਪਾਰਟੀ ਦੀ ਅਗਵਾਈ ਕਰਨ ਰਹੇ ਨੇ। ਬੜੀ ਵੱਡੀ ਖੇਤਰੀ ਪਾਰਟੀ ਆ, 100 ਸਾਲ ਪੁਰਾਣੀ ਪਾਰਟੀ ਆ। 5 ਵਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹਿ ਚੁੱਕੇ ਨੇ, ਪਰ ਉਹਨਾਂ ਦੇ ਫਰਜ਼ੰਦ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਵਾਗਡੋਰ ਚਲਾਉਂਦਿਆਂ ਹੋਇਆ ਇਹ ਰੌਲਾ ਪਾਪਾ ਸਾਬਤ ਕਰਨਾ ਪੈ ਰਿਹਾ ਕਿ ਅਸੀਂ ਇਨਸਾਫ ਕਰਾਂਗੇ, ਅਸੀਂ ਪੰਜਾਬ ਦੇ ਲੋਕ ਮੁੱਦਿਆਂ ਦੀ ਗੱਲ ਕਰਾਂਗੇ, ਇੱਕ ਵਾਰੀ ਸਾਡੀ ਸਰਕਾਰ ਪੰਜਾਬ 'ਚ ਆ ਜਾਵੇ। ਤੇ ਲੋਕ ਬੜਾ ਹਾਸੋਹੀਣੀ ਜੀ ਸਥਿਤੀ ਨਾਲ ਉਹਨਾਂ ਦੇ ਵੱਲ ਵੇਖਦੇ ਆ ਕਿ ਜਿਹੜਾ ਪਿਛਲਾ ਸਮਾਂ ਬੀਤਿਆ ਸੀ ਉਦੋਂ ਵੀ ਆਪਾਂ ਕੁਝ ਨਹੀਂ ਕਰ ਸਕੇ। ਗੱਲ ਤੇ ਹੁੰਦਾ ਵੀ ਹੱਥ ਕੰਗਣ ਨੂੰ ਆਰਸੀ ਦੀ ਲੋੜ ਨਹੀਂ ਹੁੰਦੀ, ਜਿਹਨੇ ਕੰਮ ਕੀਤਾ ਉਹਦਾ ਤੇ ਕੰਮ ਕੀਤਾ ਦਿਸਣਾ। ਨੋ ਡਾਊਟ ਪਿਛਲੀ ਸਰਕਾਰ ਦੇ ਵਿੱਚ ਜਿਹੜੇ ਡਿਵੈਲਪਮੈਂਟ ਦੇ ਕੰਮ ਹੋਏ, ਪਰ ਨਾਲ ਦੀ ਨਾਲ ਪੰਜਾਬ ਕਰਜ਼ਾਈ ਵੀ ਬੜਾ ਜ਼ਿਆਦਾ ਹੋ ਗਿਆ। ਜੇ ਸਾਰੀਆਂ ਸਿਆਸੀ ਪਾਰਟੀਆਂ ਇਹ ਦਾਅਵੇ ਕਰਦੀਆਂ ਕਿ ਅਸੀਂ ਬੜਾ ਪੰਜਾਬ ਦਾ ਵਿਕਾਸ ਕਰਾਇਆ, ਅਸੀਂ ਬੜਾ ਪੰਜਾਬ ਦਾ ਵਿਕਾਸ ਕਰਾਇਆ, ਤੇ ਪੰਜਾਬ ਕਰਜ਼ਾਈ ਕਿਉਂ ਹੋ ਗਿਆ? ਬਗਾਨੀ ਸ਼ਹਿ ਤੇ ਮੁੱਛਾਂ ਮਰੋੜਨੀਆਂ ਕਿੰਨੀਆਂ ਕੁ ਜਾਇਜ਼ ਨੇ ਤੇ ਕਿੰਨਾ ਕੁ ਚਿਰ ਚੱਲਣਗੀਆਂ? ਕਰਜ਼ੇ ਦੇ ਸਿਰ ਦੇ ਉੱਤੇ ਸੂਬੇ ਨੂੰ ਕਿੰਨਾ ਕੁ ਚਿਰ ਤੱਕ ਵਿਕਾਸ ਵਜੋਂ ਪੇਸ਼ ਕੀਤਾ ਜਾ ਸਕਦਾ? ਜਿੰਨੀ ਦੇਰ ਤੱਕ ਆਮਦਨ ਦੇ ਸਰੋਤ ਨਹੀਂ ਜਟਾਏ ਜਾਂਦੇ, ਕਿਉਂਕਿ ਅੱਜ ਦਾ ਯੂਥ ਇਹ ਗੱਲ ਸਮਝਣ ਲੱਗ ਗਿਆ ਕਿ ਦਾੜੀ ਨਾਲੋਂ ਮੁੱਛਾਂ ਲੰਮੀਆਂ ਹੋ ਗਈਆਂ, ਸਾਡੀ ਕਮਾਈ ਨਾਲੋਂ ਖਰਚੇ ਸਾਡੇ ਵੱਧ ਗਏ ਔਰ ਸਾਡੇ ਆਉਣ ਵਾਲੇ ਬੱਚਿਆਂ ਦੇ ਸਿਰ ਦੇ ਉੱਤੇ ਕਰਜ਼ੇ ਦੀਆਂ ਪੰਡਾਂ ਆਲਰੇਡੀ ਚੜ੍ਹ ਗਈਆਂ ਨੇ ਔਰ ਇਹ ਹੋਰ ਪੀੜ੍ਹੀਆਂ ਹੁੰਦੀਆਂ ਜਾਣਗੀਆਂ ਜੇ ਇਹ ਸਿਆਸੀ ਪਾਰਟੀਆਂ ਇਸੇ ਨੀਤੀ ਦੇ ਉੱਤੇ ਚੱਲਦੀਆਂ ਰਹੀਆਂ। ਤੇ ਕੀ ਸੁਖਬੀਰ ਬਾਦਲ ਹੁਣ ਆਉਣ ਵਾਲੇ ਸਮੇਂ 'ਚ, ਕਿਉਂਕਿ ਸਮਾਂ ਬਹੁਤ ਥੋੜ੍ਹਾ ਆ, ਤੇ ਸਾਨੂੰ ਇੱਕ ਹਿਸਾਬ ਦੇ ਲੋਕ ਜਿਹੜੀ ਚਰਚਾ ਕਰਦੇ ਆ ਕਿ ਬਾਦਲ ਸਾਹਿਬ ਇਸ ਵੇਲੇ ਤਰਲਿਆਂ 'ਤੇ ਹੋ ਗਏ ਆ ਕਿ ਇਹ ਦਲਿਤ ਮੁੱਖ ਮੰਤਰੀ ਬਣਾ ਦਿਆਂਗੇ, ਫਲਾਣੇ ਨੂੰ ਮੁੱਖ ਮੰਤਰੀ ਬਣਾ ਦਿਆਂਗੇ, ਫਲਾਣੇ ਨੂੰ ਕੁਝ ਬਣਾ ਦਿਆ, ਕਿਸੇ ਨੂੰ ਫਲਾਣਾ ਲਾ ਦਿਆਂਗੇ। ਇਹਨਾਂ ਤਰਲਿਆਂ ਦੇ ਵਿੱਚ ਕੀ ਲੋਕ ਵਿਸ਼ਵਾਸ ਕਰ ਸਕਣਗੇ ਕਿ ਪਿਛਲੇ 10 ਸਾਲ ਦਾ ਕਾਰਜਕਾਲ ਸੀ, ਇੱਥੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਵੀ ਹੋਈ, ਇਨਸਾਫ ਵੀ ਨਹੀਂ ਮਿਲਿਆ? ਅਸੀਂ ਚਲੋ ਬੇਅਦਬੀ ਕਿਹਨੇ ਕੀਤੀ ਹੈ ਕੀ ਨਹੀਂ ਕੀਤੀ ਹੈ ਜਾਂਚ ਦਾ ਵਿਸ਼ਾ ਆ, ਪਰ ਐਜੇ ਪੰਜਾਬ ਦੇ ਹੈੱਡ ਹੁੰਦਿਆਂ ਅਸੀਂ ਆਪਣੀ ਜਿਹੜੀ ਜ਼ਿੰਮੇਵਾਰੀ, ਜਿਹੜੀ ਭੂਮਿਕਾ ਉਹ ਵੀ ਨਹੀਂ ਨਿਭਾ ਸਕੇ ਕਿ ਲੋਕ ਜਿਹੜਾ ਘੱਟੋ ਘੱਟ ਇਹ ਤੇ ਕਹਿਣ ਕਿ ਸਰਕਾਰੀ ਸੀ, ਸਰਕਾਰ ਸਰਪ੍ਰਸਤੀ ਸੀ ਸਰਕਾਰ ਦੀ, ਸਰਕਾਰ ਨੇ ਜਿਹੜੀ ਆਪਣੀ ਜ਼ਿੰਮੇਵਾਰੀ ਨਿਭਾਈ ਆ, ਦੋਸ਼ੀ ਨਹੀਂ ਫੜੇ ਗਏ, ਨਹੀਂ ਲੱਭੇ, ਜਾਂ ਕੀ ਹੋਇਆ ਉਹ ਅਜੇ ਚੱਲਦਾ ਪਿਆ ਆ। ਹੁਣ ਇਹ ਸਾਰੀ ਕਸ਼ਮਕਸ਼ ਦੇ ਵਿੱਚ ਜਿਹੜਾ ਆ ਸੁਖਬੀਰ ਬਾਦਲ ਕੀ ਆਪਣੀ ਜਿਹੜੀ ਪਰਸਨੈਲਿਟੀ ਆ ਉਹਨੂੰ ਉਭਾਰ ਸਕਦੇ ਆ ਕਿ ਸੱਚਮੁੱਚ ਹੀ ਉਹ ਜਿਹੜੇ ਪੰਜਾਬ ਦੇ ਹਿਤੈਸ਼ੀ ਨੇ ਪੰਜਾਬ ਦੇ ਲੋਕ ਮੁੱਦਿਆਂ ਨੂੰ ਲੈ ਕੇ? ਦੇਖੋ, ਗੱਲ ਇਹ ਆ ਕਿ ਅਕਾਲੀ ਦਲ ਦਾ ਉਭਾਰ ਹੋਣਾ ਪੰਜਾਬ ਦੇ ਹਿੱਤ ਵਿੱਚ ਆ, ਪਰ ਜੇ ਅਕਾਲੀ ਦਲ ਪੰਜਾਬ ਦੀਆਂ ਨੀਤੀਆਂ ਨੂੰ ਲੈ ਕੇ ਚੱਲੇ, ਇਸ ਵੇਲੇ ਨੀਤੀ ਤਾਂ ਛੁੱਟ ਗਈ ਹੈ। ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਡਿਪਟੀ CM SC ਬਣਾਉਣ ਦੀ, ਹਿੰਦੂ ਬਣਾਉਣ ਦੀ, ਕੋਈ ਪਾਰਟੀ ਜਿਵੇਂ ਕੇਜਰੀਵਾਲ ਨੇ ਐਲਾਨ ਕਰ ਦਿੱਤਾ ਕਿ ਪੰਜਾਬ ਦੇ ਵਿੱਚ CM ਜਿਹੜਾ ਉਹ ਸਿੱਖ ਚਿਹਰਾ ਹੀ ਹੋਊਗਾ। ਦੇਖੋ, ਗੱਲ ਇਹ ਆ ਕਿ ਸਮਾਜਿਕ ਬਰਾਬਰੀ, ਸੈਕੂਲਰਿਜ਼ਮ ਦੇ ਵਿੱਚ ਸਾਰਿਆਂ ਨੂੰ ਹੱਕ ਬਰਾਬਰ ਦੇ ਨੇ। ਨੋ ਡਾਊਟ ਸਿੱਖ ਵਸੋਂ ਵਾਲਾ ਖਿੱਤਾ ਹੈ ਔਰ ਅੱਜ ਤੱਕ ਇੱਥੇ ਮੁੱਖ ਮੰਤਰੀ ਸਿੱਖ ਚਿਹਰੇ ਹੀ ਬਣਦੇ ਰਹੇ ਨੇ, ਪਰ ਚਿਹਰੇ ਦੇ ਨਾਲ ਨਾਲ ਜੇ ਕਾਬਲੀਅਤ ਨੂੰ ਵੀ ਸਾਹਮਣੇ ਰੱਖਿਆ ਜਾਵੇ ਤੇ ਫੈਸਲਾ ਕਾਬਲੀਅਤ ਦੇ ਆਧਾਰ 'ਤੇ ਹੋਵੇ ਤੇ ਮੇਰਾ ਖਿਆਲ ਹੈ ਕਿ ਉਹ ਜ਼ਿਆਦਾ ਬਿਹਤਰ ਹੋਏਗਾ। ਜੇ ਆਪਾਂ ਇਹ ਸੋਚੀਏ ਕਿ ਕਿਸੇ ਖਾਸ ਕਮਿਊਨਿਟੀ ਦੇ ਬੰਦੇ ਨੂੰ ਕੋਈ ਖਾਸ ਅਹੁਦਾ ਦੇ ਕੇ ਉਸ ਕਮਿਊਨਿਟੀ ਦਾ ਫਾਇਦਾ ਹੋ ਜਾਵੇ, ਪਿਛਲੇ ਸਮੇਂ ਦੇ ਵਿੱਚ ਤੇ ਇਹ ਚੀਜ਼ ਸਾਹਮਣੇ ਨਹੀਂ ਆਈ, ਕਿਉਂਕਿ ਐਸੀ ਕੈਟਾਗਰੀ ਦੇ ਬਹੁਤ ਸਾਰੇ ਜਿਹੜੇ ਲੀਡਰ ਨੇ
ਉਹਨਾਂ ਨੇ ਸਮੇਂ ਦੇ ਨਾਲ ਉੱਚ ਪਦ ਗ੍ਰਹਿਣ ਕੀਤੇ ਨੇ, ਉੱਚ ਪਦ ਸੰਭਾਲੇ ਨੇ, ਪਰ ਉਹਨਾਂ ਦੇ ਪਦ ਸੰਭਾਲਣ ਦੇ ਬਾਅਦ ਵੀ ਆਪਣੀ ਕਮਿਊਨਿਟੀ ਬਾਰੇ ਕੀ ਕੀਤਾ? ਕੁਛ ਨਹੀਂ। ਆਪਣਾ ਨਿੱਜੀ ਫਾਇਦਾ ਜ਼ਰੂਰ ਹੋ ਗਿਆ ਉਹਨਾਂ ਦਾ, ਕਿਉਂਕਿ ਉਹਨਾਂ ਦੇ ਆਪਣੇ ਸਟੇਟਸ ਵੱਧ ਗਏ, ਆਪਣੇ ਪਰਿਵਾਰਾਂ ਦੀਆਂ ਹਰ ਤਰੀਕੇ ਦੇ ਨਾਲ ਹੀ ਉਹਨਾਂ ਨੂੰ ਆਰਥਿਕ ਤੌਰ ਤੇ ਵੀ ਲਾਭ ਹੋਏ, ਉਹਨਾਂ ਨੂੰ ਸਮਾਜਿਕ ਤੌਰ ਤੇ ਵੀ ਲਾਭ ਹੋਏ, ਉਹਨਾਂ ਨੂੰ ਰਾਜਨੀਤਿਕ ਤੌਰ ਤੇ ਵੀ ਲਾਭ ਹੋਏ। ਪਰ ਜੇ ਕਮਿਊਨਿਟੀ ਦੀ ਗੱਲ ਕਰੋ, ਬਰਾਦਰੀਆਂ ਦੀ ਗੱਲ ਕਰੋ, ਤੇ ਉੱਥੇ ਕੋਈ ਬਹੁਤਾ ਅਸਰ ਵੇਖਣ ਨੂੰ ਨਹੀਂ ਮਿਲਿਆ। ਜੇ ਇਹ ਅਸਰ ਹੋਇਆ ਹੁੰਦਾ ਤੇ ਇਹ ਚੀਜ਼ਾਂ ਦਾ ਐਲਾਨ ਕਰਨ ਦੀ ਲੋੜ ਨਹੀਂ ਸੀ ਪੈਣੀ। ਤੇ ਹੁਣ ਸੁਖਬੀਰ ਬਾਦਲ ਜਿਹੜੇ ਆ ਉਹੀ ਗੱਲ ਫਿਰ ਮੁੜ ਕੁੜ ਕੇ ਉੱਥੇ ਆ ਜਾਂਦੀ ਹੈ ਕਿ ਇਹਨਾਂ ਕੁਝ ਕਰਨ ਦੇ ਬਾਵਜੂਦ ਵੀ ਅਜੇ ਲੋਕ ਬਹੁਮਤ ਨਹੀਂ ਮਿਲਦੀ ਨਜ਼ਰ ਆ ਰਹੀ। ਇੱਕ ਹੁੰਦਾ ਨਾ ਕਿ ਉਹ ਪਿੰਡ ਦਾ ਸਰਪੰਚ ਜਿਵੇਂ ਕੋਈ ਹੁੰਦਾ, ਉਹਨੇ ਚੰਗੇ ਕੰਮ ਕੀਤੇ ਨੇ, ਲੋਕ ਆਪ ਕਹਿੰਦੇ ਆ ਕਿ ਯਾਰ ਉਹਨੂੰ ਚੁਣਨਾ। ਇੱਥੇ ਪ੍ਰਧਾਨ ਨੂੰ ਇਹ ਦੱਸਣਾ ਪੈ ਰਿਹਾ। ਮੈਂ ਉਹੀ ਸਵਾਲ ਰਿਪੀਟ ਕਰਦਾ ਕਿ ਜਿਹੜੀ ਪੰਥਕ ਪਾਰਟੀ, ਚਲੋ ਪੰਥਕ ਪਾਰਟੀ ਦਾ ਇਹਨਾਂ ਨੇ ਬੜੇ ਚਿਰ ਦਾ ਟੈਗ ਲਾ ਦਿੱਤਾ ਸੀ, ਪਰ ਲੋਕ ਜਿਹੜੇ ਤੁਸੀਂ ਕਹਿੰਦੇ ਨਾ ਕਿ ਅਕਾਲੀ ਸਾਡੇ ਮਨ 'ਚ ਵਸਦੇ, ਅਸੀਂ ਸਮਰਪਿਤ ਹਾਂ, ਉਹ ਲੋਕ ਜਿਹੜੇ ਅਕਾਲੀ ਦਲ ਨੂੰ ਉਹ ਸਮਝਦੇ ਨੇ ਕਿ ਪੰਜਾਬ ਦੇ ਪੰਥ ਦੇ ਮੁੱਦਿਆਂ ਦੀ ਗੱਲ ਕਰਦੀ ਹੈ, ਪੰਜਾਬ ਦੇ ਲੋਕ ਮੁੱਦਿਆਂ ਦੀ ਗੱਲ ਕਰਦੀ ਹੈ, ਪੰਜਾਬ ਦੀ ਖੁਦ ਮੁਖਤਿਆਰੀ ਦੀ ਗੱਲ ਕਰਦੀ, ਉਹ ਅਜੇ ਵੀ ਅਕਾਲੀ ਦਲ ਦਾ ਨਾਂ ਲੈਂਦੇ ਆ। ਪਰ ਜੇ ਇਹ ਵੀ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪਾਰਟੀ ਇੱਕ ਪਰਿਵਾਰਵਾਦ 'ਚ ਫਸ ਕੇ ਰਹਿ ਗਈ ਹੈ। ਲੋਕ ਚਾਹੁੰਦੇ ਆ, ਤੁਸੀਂ ਕਿਹਾ ਅਕਾਲੀ ਦਲ ਮਜ਼ਬੂਤ ਹੋਵੇ, ਪਰ ਕੀ ਅਕਾਲੀ ਦਲ ਕੋਲ ਕੋਈ ਚਿਹਰਾ ਅਜਿਹਾ ਹੈ ਹੀ ਨਹੀਂ ਆ ਜਿੱਥੇ ਲੋਕ ਵਿਸ਼ਵਾਸ ਕਰ ਸਕਣ, ਜਾਂ ਅੱਗੇ ਹੀ ਨਹੀਂ ਆਉਣ ਦੇਣਾ ਚਾਹੁੰਦੇ ਆਪਾਂ? ਨਹੀਂ, ਗੱਲ ਤੇ ਹੈ ਵੀ ਅੱਗੇ ਆਉਣ ਦੀ ਗੱਲ ਤੇ ਹੋ ਗਈ ਨਾ। ਤੁਸੀਂ ਵੇਖੋ ਕਿ ਸੱਤਾ ਭਾਵੇਂ ਅਕਾਲੀ ਦਲ ਕੋਲ ਰਵੇ ਤੇ ਭਾਵੇਂ ਕਾਂਗਰਸ ਕੋਲ ਹੋਵੇ ਤੇ ਭਾਵੇਂ ਜਿਹਦੇ ਕੋਲ ਮਰਜ਼ੀ ਜਾਵੇ, ਇੱਕ ਟ੍ਰੈਡੀਸ਼ਨ ਇੱਦਾਂ ਦੀ ਬਣ ਗਈ ਆ ਕਿ ਪਿਛਲੇ 4-4 5-5 ਦਹਾਕਿਆਂ ਤੋਂ ਉਹੀ ਪਰਿਵਾਰ ਜਿਹੜੇ ਆ ਉਹ ਅੱਗੇ ਆਉਂਦੇ ਨੇ। ਲੋਕ ਇਹਨਾਂ ਦੇ ਚਿਹਰੇ ਵੇਖ ਵੇਖ ਕੇ ਯੱਕ ਜਾਂਦੇ ਨੇ। ਹੁਣ ਤੁਸੀਂ ਵੇਖੋ ਬਈ, ਜੇ ਅਮਰੀਕਾ ਦੇ ਰਾਸ਼ਟਰਪਤੀ ਦੀ 4 ਸਾਲ ਵਾਸਤੇ ਚੋਣ ਹੁੰਦੀ, 2 ਟਰਮ ਤੋਂ ਜ਼ਿਆਦਾ ਰਾਸ਼ਟਰਪਤੀ ਬਣ ਨਹੀਂ ਸਕਦਾ, ਕੀ ਅਮਰੀਕਾ ਖਤਮ ਹੋ ਗਿਆ? ਨਵੀਂ ਪ੍ਰਤਿਭਾ ਅੱਗੇ ਆ ਜਾਂਦੀ ਹੈ। ਉਹਨਾਂ ਨੇ ਇੱਕ ਵਿਧੀ ਵਿਧਾਨ ਬਣਾ ਲਿਆ ਕਿ ਅਸੀਂ 2 ਵਾਰ ਤੋਂ ਵੱਧ ਕਿਸੇ ਨੂੰ ਬਣਾਉਣਾ ਹੀ ਨਹੀਂ। ਹੁਣ ਤੁਸੀਂ ਵੇਖੋ ਵੀ ਇੰਗਲੈਂਡ ਦੇ ਵਿੱਚ, ਕੈਨੇਡਾ ਦੇ ਵਿੱਚ ਸਰਕਾਰਾਂ ਚੱਲਦੀਆਂ ਨੇ, ਪਤਾ ਉਹਨਾਂ ਦੀਆਂ ਪਾਰਟੀਆਂ ਦੇ ਮੁਖੀ ਕੌਣ ਨੇ? ਕਿਸੇ ਨੂੰ ਨਹੀਂ ਪਤਾ। ਸਾਨੂੰ ਪਤਾ ਕੰਜ਼ਰਵੇਟਿਵ ਦਾ ਮੁਖੀ ਕੌਣ ਹੈ, ਡੈਮੋਕ੍ਰੇਟਿਕ ਦਾ ਮੁਖੀ ਕੌਣ ਹੈ। ਇੰਟਰਨਲ ਪਾਰਟੀ ਦੇ ਅੰਦਰ ਇੰਟਰਨਲ ਡੈਮੋਕ੍ਰੇਸੀ ਵੀ ਕੰਮ ਕਰਦੀ ਹੈ, ਦੇਸ਼ ਦੇ ਵਿੱਚ ਵੀ ਲੋਕਤੰਤਰ ਕੰਮ ਕਰਦਾ, ਔਰ ਉਹ ਦੇਸ਼ ਸਾਡੇ ਨਾਲੋਂ ਤਰੱਕੀ ਵੱਧ ਕਰ ਰਿਹਾ। ਇਹਦਾ ਮਤਲਬ ਸਾਨੂੰ ਸੋਚਣਾ ਚਾਹੀਦਾ ਕਿ ਜਿਹੜਾ ਸਿਸਟਮ ਅਸਾਂ ਅਡਾਪਟ ਕੀਤਾ ਇਹਦੇ 'ਚ ਕਿਤੇ ਨਾ ਕਿਤੇ ਕਮੀਆਂ ਨੇ, ਤਾਂ ਹੀ ਅਸੀਂ ਉਹਨਾਂ ਨੂੰ ਕੰਪੀਟ ਨਹੀਂ ਕਰ ਪਾ ਰਹੇ। ਬਾਠ ਸਾਹਿਬ, ਅੱਜ ਤਾਂ ਲੋਕ ਇਹ ਵੀ ਸੋਚਣ ਲੱਗ ਗਏ ਨੇ ਕਿ ਜੇ ਇੱਥੇ ਗੋਰੇ ਰਹਿ ਜਾਂਦੇ ਤਾਂ ਸ਼ਾਇਦ ਸਾਡੀ ਡਿਵੈਲਪਮੈਂਟ ਜ਼ਿਆਦਾ ਹੋ ਜਾਂਦੀ। ਗੋਰਿਆਂ ਨੂੰ ਕੱਢ ਕੇ ਕਾਲੇ ਅੰਗਰੇਜ਼ਾਂ ਦੇ ਹੱਥ ਅਸਾਂ ਵਾਗਡੋਰ ਦੇ ਕੇ ਆਪਣਾ ਫਿਊਚਰ ਖਰਾਬ ਹੀ ਕਰ ਲਿਆ ਇੱਕ ਤਰ੍ਹਾਂ ਦੇ ਨਾਲ। ਜਾਪਾਨ ਤੇ ਚਾਈਨਾ ਭਾਰਤ ਨਾਲੋਂ ਬਾਅਦ ਆਜ਼ਾਦ ਹੋਏ, ਅੱਜ ਉਹਨਾਂ ਦਾ ਲਿਵਿੰਗ ਸਟੈਂਡਰਡ ਕੀ ਆ ਤੇ ਸਾਡੇ ਲੋਕਾਂ ਦਾ ਕੀ ਆ? ਅਸੀਂ ਤਾਂ ਜੇ ਗਲੀਆਂ ਨਾਲੀਆਂ ਦੇ ਚੱਕਰ 'ਚੋਂ ਨਹੀਂ ਨਿਕਲ ਸਕੇ। 75 ਸਾਲ ਸਾਨੂੰ ਆਜ਼ਾਦ ਹੋਇਆਂ ਨੂੰ ਹੋ ਗਏ, ਅਜੇ ਤੱਕ ਅਸੀਂ ਗਲੀਆਂ ਨਾਲੀਆਂ ਨੂੰ ਹੀ ਵਿਕਾਸ ਸਮਝੀ ਜਾਂਦੇ। ਪਰ ਲੋਕ ਭਾਜੀ ਸੁਖਬੀਰ ਬਾਦਲ ਨੂੰ ਇਹ ਵੀ ਸਵਾਲ ਕਰਦੇ ਨੇ। ਸੁਖਬੀਰ ਜੀ ਕਹਿੰਦੇ ਆ ਕਿ ਬਿਜਲੀ ਇੰਨੇ ਰੁਪਈਏ ਯੂਨਿਟ ਦੇ ਦਿਆਂਗੇ ਸਸਤੀ, ਫਲਾਣਾ ਕੰਮ ਇੰਜ ਕਰ ਦਿਆਂਗੇ, ਫਲਾਣਾ ਇੰਜ ਕਰ ਦਿਆਂਗੇ। ਲੋਕ ਪੁੱਛਦੇ ਨੇ ਕਿ ਜਿਹੜੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ ਆ ਉਹਦੇ ਬਾਰੇ ਜਿਹੜਾ ਇਨਸਾਫ ਦੀ ਗੱਲ ਕਿਉਂ ਨਹੀਂ ਕਰਦੇ ਕਿ ਸਾਡੇ ਰਾਜ 'ਚ ਹੋਈ ਆ, ਜੇ ਰਾਜ ਆਉਂਦਾ ਤਾਂ ਅਸੀਂ ਪਹਿਲਾਂ ਉਹਦੇ ਬਾਰੇ ਜਿਹੜਾ ਆ ਮੁਕੰਮਲ ਜਾਂਚ ਕਰਾਂਗੇ। ਜਾਂ ਪੰਜਾਬ ਜਿਹੜੀ ਬੇਰੁਜ਼ਗਾਰੀ ਆ, ਤੁਸੀਂ 75 ਸਾਲ ਦੀ ਗੱਲ ਕੀਤੀ, ਉਵੇਂ ਚੱਲਦੀ ਆ ਰਹੀ ਆ। ਜਿਹੜੇ ਨੌਜਵਾਨ ਆ ਉਹ ਬਹੁਤੇ ਵਿਦੇਸ਼ਾਂ ਨੂੰ ਰੁਖ ਕਰ ਗਏ ਆ, ਉਹਦੇ ਬਾਰੇ ਕੋਈ ਕਿਉਂ ਨਹੀਂ ਨੀਤੀ ਲਿਆਂਦੀ ਜਾਂਦੀ? ਇਹ ਲਾਰਿਆਂ ਵਾਅਦਿਆਂ 'ਚ ਕਿਉਂ ਉਲਝੇ ਹੋਏ ਨੇ ਸਰ? ਦੇਖੋ, ਜਿਹੜਾ ਬੇਅਦਬੀ ਵਾਲਾ ਮਸਲਾ ਉਹਦੇ 'ਚ ਕੀ ਕਹਿਣਗੇ? ਜੇ ਹੁਣ ਉਹਦੇ 'ਚ ਕਹਿ ਦਿੰਦੇ ਅਸੀਂ ਕਰਾਂਗੇ ਤਾਂ ਲੋਕ ਇਹ ਸਵਾਲ ਕਰਨਗੇ ਵੀ 1.5 ਸਾਲ ਪੌਣੇ 2 ਸਾਲ ਤੁਹਾਡੀ ਸਰਕਾਰ ਦੇ ਵਿੱਚ ਪਹਿਲਾਂ ਵੀ ਇਹ ਕਾਂਡ ਵਾਪਰੇ ਨੂੰ ਹੋ ਗਏ ਸੀ, ਉਦੋਂ ਕਿਉਂ ਨਹੀਂ ਕੀਤਾ ਗਿਆ? ਹੁਣ ਵੇਖੋ ਤੁਸੀਂ, ਮੋਗੇ ਰੈਲੀ ਹੋਈ ਹੈ ਅਕਾਲੀ ਦਲ ਦੀ, ਕਿਸਾਨਾਂ ਨੇ ਉੱਥੇ ਵਿਰੋਧ ਕੀਤਾ। 24 ਘੰਟਿਆਂ ਦੇ ਅੰਦਰ ਅੰਦਰ ਜਿਨ੍ਹਾਂ ਲੋਕਾਂ ਨੇ ਉੱਥੇ ਪ੍ਰੋਟੈਸਟ ਕੀਤਾ ਉਹਨਾਂ ਦੀਆਂ ਫੋਟੋ ਕਿਸ ਸਿਆਸੀ ਲੀਡਰ ਦੇ ਨਾਲ ਲੱਥੀਆਂ, ਕਦੋਂ ਲੱਥੀਆਂ, ਕੌਣ ਉਹਦਾ ਨਾਂ ਆ, ਕੌਣ ਉਹਦੇ ਭਾਪੇ ਦਾ ਨਾਂ ਆ, ਕਿਹੜੇ ਪਿੰਡ ਦਾ ਰਹਿਣ ਵਾਲਾ, ਸਾਰਾ ਕੁਝ ਜ਼ਾਹਰ ਹੋ ਗਿਆ। ਪਰ ਅਫਸੋਸ ਦੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ, ਅੰਗ ਕਰਕੇ ਗਲੀਆਂ 'ਚ ਖਿਲਾਰਨ ਵਾਲੇ ਔਰ ਚੈਲੰਜ ਕਰਕੇ ਖਿਲਾਰਨ ਵਾਲਿਆਂ ਦੀ ਅੱਜ ਤੱਕ ਸ਼ਨਾਖਤ ਨਹੀਂ ਹੋਈ। ਫਿਰ ਲੋਕ ਸਵਾਲ ਤਾਂ ਕਰਨਗੇ ਨਾ, ਕਿਉਂਕਿ ਸਵਾਲ ਕਰਨਾ ਹੀ ਲੋਕਤੰਤਰ ਦਾ ਮੁੱਢਲਾ ਅਧਿਕਾਰ ਆ। ਜੇ ਤੁਸੀਂ ਸਵਾਲ ਨਹੀਂ ਕਰਦੇ ਲੋਕਤੰਤਰ ਖਤਮ ਹੋ ਜਾਏਗਾ। ਇਹ ਅਕਾਲੀ ਦਲ ਦਾ ਜਿਹੜਾ ਮੇਰਾ ਆਖਰੀ ਸਵਾਲ ਹੈ ਕਿ ਸੁਖਬੀਰ ਜੀ ਨੂੰ ਕੀ ਰਣਨੀਤੀ ਅਪਣਾਉਣੀ ਚਾਹੀਦੀ ਆ? ਜਿਹੜੀ ਉਹਨਾਂ ਦੀ ਟੀਮ ਆ, ਟੀਮ ਦੀ ਵੀ ਜੇ ਗੱਲ ਕਰ ਲਈਏ, ਟੀਮ ਵੀ ਉਹੀ ਆ, ਜਾਂ ਜਿਹੜੇ ਪਾਰਟੀ ਦੇ ਨਾਲ ਤਕਰਾਰ ਰਹੇ ਨੇ, ਮਤਭੇਦ ਰਹੇ ਨੇ, ਟੀਮ ਵਿੱਚ ਵੀ ਉਹ ਬੰਦੇ ਸ਼ਾਮਲ ਨੇ, ਇਹ ਲੈ ਕੇ ਚੱਲ ਸਕਦੇ ਅੱਗੇ ਪਾਰਟੀ ਨੂੰ? ਦੇਖੋ, ਇਹ ਤਾਂ ਹੁਣ ਚੱਲ ਸਕਦੇ ਆ ਜਾਂ ਨਹੀਂ ਚੱਲ ਸਕਦੇ, ਪਰ ਚੱਲਣਗੇ। ਇਹ ਚੀਜ਼ ਬਣ ਗਈ ਆ ਕਿਉਂਕਿ ਸਾਰਿਆਂ ਨੇ ਇਹ ਚੀਜ਼ ਮੰਨ ਲਈ ਆ। ਕਿਉਂਕਿ ਜਿਸ ਚੀਜ਼ 'ਚ ਤਬਦੀਲੀ ਨਹੀਂ ਹੋਣੀ, ਜਿਸ ਠਾਕੁਰ ਸੋ ਨਹੀਂ ਕੋਈ ਚਾਰਾ ਤਾਕੋ ਕੀ ਜੇ ਸਦ ਨਮਸਕਾਰਾ, ਜਿਸ ਚੀਜ਼ 'ਚ ਤਬਦੀਲੀ ਹੋਣ ਦੀ ਆਸ ਹੀ ਨਹੀਂ ਹੈਗੀ, ਉੱਥੇ ਸਿਰ ਖਪਾਈ ਕਰੀ ਜਾਣ ਦਾ ਕੋਈ ਫਾਇਦਾ ਨਹੀਂ।
ਜਾਂ ਹੁਣ ਵੇਖੋ ਤੁਸੀਂ, ਮੈਂ ਇੱਕ ਛੋਟੀ ਜਿਹੀ ਉਦਾਹਰਨ ਦਿਆਂ WhatsApp, ਦੱਖਣੀ ਅਫਰੀਕਾ ਦਾ ਆਗੂ ਹੈ ਨੈਲਸਨ ਮੰਡੇਲਾ। ਨੈਲਸਨ ਮੰਡੇਲਾ ਦੀ ਅਗਵਾਈ ਦੇ ਵਿੱਚ ਅਫਰੀਕਾ ਆਜ਼ਾਦ ਹੋਇਆ। ਆਜ਼ਾਦ ਹੋਣ ਦੇ ਬਾਅਦ ਅੰਤਰਿਮ ਸਰਕਾਰ ਬਣਾਈ ਗਈ। ਅੰਤਰਿਮ ਸਰਕਾਰ ਬਣਾਉਣ ਦੇ ਬਾਅਦ ਉੱਥੇ ਸੰਵਿਧਾਨ ਬਣਾਇਆ ਗਿਆ। ਸੰਵਿਧਾਨ ਬਣਾ ਕੇ ਚੋਣਾਂ ਹੋਈਆਂ। ਚੋਣਾਂ ਦੇ ਵਿੱਚ ਨੈਲਸਨ ਮੰਡੇਲਾ ਨੂੰ ਰਾਸ਼ਟਰਪਤੀ ਚੁਣਿਆ ਗਿਆ। ਰਾਸ਼ਟਰਪਤੀ ਚੁਣਨ ਦੇ ਬਾਅਦ ਉੱਥੋਂ ਦੀ ਸੰਸਦ ਨੇ ਇਹ ਫੈਸਲਾ ਕਰ ਲਿਆ ਕਿ ਲਾਈਫ ਟਾਈਮ ਵਾਸਤੇ ਨੈਲਸਨ ਮੰਡੇਲਾ ਨੂੰ ਪ੍ਰੈਜ਼ੀਡੈਂਟ ਰੱਖਿਆ ਜਾਊ। ਪ੍ਰੈਜ਼ੀਡੈਂਟ ਨੇ ਆਪਣੀ ਵੀਟੋ ਪਾਵਰ ਵਰਤਦਿਆਂ ਰੱਦ ਕਰ ਦਿੱਤਾ ਕਿ ਜੇ ਮੰਡੇਲਾ ਮਰ ਜੂ ਤਾਂ ਅਫਰੀਕਾ ਡੁੱਬ ਨਹੀਂ ਚੱਲਿਆ। ਆਪਣੇ ਮੁਲਕ ਨੂੰ ਚਲਾਉਣਾ ਸਿੱਖੋ। ਰਿਟਾਇਰਮੈਂਟ ਦੇ ਬਾਅਦ ਇੱਕ ਅਧਿਆਪਕ ਵਜੋਂ ਵਿਚਰ ਕੇ ਆਪਣਾ ਜੀਵਨ ਦਾ ਆਖਰੀ ਸਮਾਂ ਉਹਨਾਂ ਬਤੀਤ ਕੀਤਾ। ਪਰ ਸਾਡੀ ਅੱਜ ਦੀ ਲੀਡਰਸ਼ਿਪ ਵਿੱਚ ਇੰਨਾ ਗੁਰਦਾ ਹੀ ਹੈ ਨਹੀਂ ਕਿ ਆਪਣੇ ਕਾਜ ਨੂੰ ਲੈ ਕੇ ਅੱਗੇ ਚੱਲਣ। ਅਸੀਂ ਲੱਗ ਗਏ ਹਾਂ ਚਿਹਰਿਆਂ ਦੇ ਮਗਰ। ਜਿੰਨਾ ਚਿਰ ਤੱਕ ਇੱਥੇ ਚਰਿੱਤਰ ਦੀ ਰਾਜਨੀਤੀ ਨਹੀਂ ਆਉਂਦੀ, ਉਨੀ ਦੇਰ ਤੱਕ ਇਹ ਦੁਬਿਧਾ ਇਸੇ ਤਰ੍ਹਾਂ ਪੈਂਦੀਆਂ ਰਹਿਣਗੀਆਂ ਨੇ। ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਔਰ ਲੋਕ ਹਤਾਸ਼ ਹੋ ਗਏ ਨੇ ਕਿਉਂਕਿ ਲੋਕ ਘਰਾਂ 'ਚ ਹੀ ਬਹਿ ਗਏ ਨੇ ਵੀ ਯਾਰ ਇੱਥੇ ਕੋਈ ਤਬਦੀਲੀ ਦੀ ਕੋਈ ਆਸ ਹੀ ਨਹੀਂ, ਕੋਈ ਸਿਫਤੀ ਦੀ ਆਸ ਹੀ ਨਹੀਂ। ਜਿਹੜਾ ਅੱਜ ਦਾ ਟੀਨੇਜਰ ਹੈ ਨਾ, ਕਾਲਜੀਏਟ ਜਿਹੜਾ ਬੱਚਾ, ਉਹ ਤਾਂ ਇਨਸਟੈਂਟ ਹੱਲ ਲੱਭਦੇ ਆ ਔਰ ਪ੍ਰੈਕਟੀਕਲ ਕਰਕੇ ਵਿਖਾਉਣਾ ਚਾਹੁੰਦੇ। ਉਹ ਕਹਿੰਦੇ ਸਾਨੂੰ ਗੱਪਾਂ ਨਾ ਨਹੀਂ, ਸਾਨੂੰ ਕੀਤਾ ਦੱਸੋ ਕੀ ਹੈ, ਸਾਡੇ ਸਾਹਮਣੇ ਰੱਖੋ, ਫੈਕਟਸ ਦੇ ਆਧਾਰ ਦੇ ਉੱਤੇ ਗੱਲ ਕਰੋ। ਪਰ ਅਫਸੋਸ ਦੀ ਗੱਲ ਹੈ ਅੱਜ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਕੋਲ ਸਮੇਤ ਅਕਾਲੀ ਦਲ ਕਿਸੇ ਦੇ ਕੋਲ ਵੀ ਫੈਕਟਸ ਦੇ ਆਧਾਰ ਦੇ ਉੱਤੇ ਅੱਜ ਦੇ ਨੌਜਵਾਨ ਦੀ ਤਸੱਲੀ ਕਰਾਉਣ ਵਾਸਤੇ ਕੋਈ ਮਟੀਰੀਅਲ ਨਹੀਂ ਹੈ। ਪਰ ਭਾਜੀ ਇਹਨਾਂ ਦੋਵਾਂ ਪਾਰਟੀਆਂ ਦੀ ਗੱਲ ਕੀਤੀ ਹੈ, ਦੋਵਾਂ ਨੂੰ ਜਿਹੜਾ ਲੋਕ ਤੁਸੀਂ ਕਿਹਾ ਕਿ ਇਸ ਨਜ਼ਰ ਨਾਲ ਵੇਖਦੇ ਰਵੇ, ਮੇਰਾ ਕਾਫੀ ਸਥਿਤੀ ਸਪਸ਼ਟ ਹੋ ਗਈ ਹੈ। ਤੀਸਰੇ ਬਦਲ ਵਜੋਂ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਕੇਜਰੀਵਾਲ ਸਾਹਿਬ ਨੂੰ ਵੇਖਿਆ ਗਿਆ, ਨਹੀਂ ਬਹੁਮਤ ਮਿਲੀ, ਮਾਲਵੇ ਤੱਕ ਹੀ ਜਿਹੜਾ ਸਿਮਟ ਕੇ ਰਹਿ ਗਈ ਪਾਰਟੀ, ਜਾਂ ਉਹ ਕੀ ਰਣਨੀਤੀ ਸੀ ਜਿਹੜੀਆਂ ਪੰਜਾਬ ਦੀਆਂ ਪਾਰਟੀਆਂ, ਜਾਂ ਕਿਸ ਗੱਲ ਦਾ ਉਹ ਸ਼ਿਕਾਰ ਹੋਏ। ਪਰ ਜੇ ਹੁਣ ਪਿਛਲਾ 5 ਸਾਲ ਦਾ ਲੰਮਾ ਸਮਾਂ ਸੀ ਪਾਰਟੀ ਨੂੰ ਮੁੜ ਜਿਹੜਾ ਆ ਨਵੀਆਂ ਲੀਹਾਂ 'ਤੇ ਪਾਉਣਾ, ਪਰ ਅਜੇ ਵੀ ਨਹੀਂ ਲੱਗਦਾ ਕਿ ਪਾਰਟੀ ਕੋਲ ਕੋਈ ਲੀਡਰ ਅਜਿਹੇ ਕੋਈ ਚਿਹਰੇ ਹੈਗੇ ਆ ਜਿਨ੍ਹਾਂ ਨੂੰ ਅੱਗੇ ਖੜੇ ਕਰਕੇ ਲੋਕਾਂ ਦੀ ਜਿਹੜੀ ਸਹਿਮਤੀ ਉਹ ਹਾਸਲ ਕੀਤੀ ਜਾਵੇ। ਦੇਖੋ ਵਾਰ ਸਾਹਿਬ, ਮੈਨੂੰ ਤਾਂ ਇੱਦਾਂ ਲੱਗਦਾ ਬਈ ਕੇਜਰੀਵਾਲ ਆਪਣੇ ਆਪ ਨੂੰ ਇਮਾਨਦਾਰ ਸਮਝਣਾ ਕਿਸੇ ਬੰਦੇ ਵਾਸਤੇ ਵੀ ਮਾੜੀ ਗੱਲ ਨਹੀਂ, ਸਮਝਣਾ ਚਾਹੀਦਾ। ਇਮਾਨਦਾਰ ਹੋਣਾ ਵੀ ਚਾਹੀਦਾ, ਹੋਵੇ ਵੀ। ਜਿੰਨਾ ਚਿਰ ਤੱਕ ਕਿਸੇ ਦੀ ਕਰਪਸ਼ਨ ਸਾਹਮਣੇ ਨਹੀਂ ਗਈ, ਸਾਡੇ ਕੋਲ ਕੋਈ ਸਬੂਤ ਨਹੀਂ, ਸਾਡੇ ਕੋਲ ਕੋਈ ਰਾਈਟ ਨਹੀਂ ਕਿਸੇ ਦੇ ਕਰੈਕਟਰ ਦੇ ਉੱਤੇ, ਕਿਸੇ ਦੀ ਇਮਾਨਦਾਰੀ ਦੇ ਉੱਤੇ ਕਿੰਤੂ ਕਰਨ ਦਾ। ਪਰ ਹਰ ਇੱਕ ਨੂੰ ਬੇਈਮਾਨ ਸਮਝਣਾ ਇਹ ਵੀ ਕੋਈ ਅਕਲਮੰਦੀ ਨਹੀਂ। ਉਹਦੀ ਨਜ਼ਰ ਦੇ ਵਿੱਚ ਪੰਜਾਬ ਦੇ ਕਿਸੇ ਵੀ ਲੀਡਰ ਦੀ ਕੋਈ ਵਕਤ ਨਹੀਂ ਹੈਗੀ। ਜਿਹੜੀ ਉਹਦੀ ਪਲੈਨਿੰਗ ਹੈ, ਜਿਹੜੀ ਉਹਦੀ ਸਕੀਮ ਹੈ, ਉਹ ਆਲ ਇਨ ਆਲ ਆਪ ਹੀ ਰਹਿਣਾ ਚਾਹੁੰਦਾ ਹੈ। ਤੁਸੀਂ ਵੇਖੋ ਕਰੀਬ 10 ਸਾਲ ਪਾਰਟੀ ਬਣੀ ਨੂੰ ਹੋ ਗਏ, ਅਜੇ ਤੱਕ ਉਹਨਾਂ ਨੇ ਪਾਰਟੀ ਦਾ ਆਪਣਾ ਕੋਈ ਢਾਂਚਾ ਹੀ ਨਹੀਂ ਬਣਾਇਆ। ਕਨਵੀਨਰਸ਼ਿਪ ਦੇ ਤੌਰ ਦੇ ਉੱਤੇ ਹੀ 3 ਵਾਰ ਦਿੱਲੀ ਦੇ ਵਿੱਚ ਉਹ ਮੁੱਖ ਮੰਤਰੀ ਬਣ ਗਏ। ਪੰਜਾਬ ਦੇ ਵਿੱਚ ਵਿਧਾਨ ਸਭਾ ਇਲੈਕਸ਼ਨ ਵੀ ਲੜੀ, MP ਇਲੈਕਸ਼ਨ ਵੀ ਲੜੀ, ਹੁਣ ਫਿਰ ਵਿਧਾਨ ਸਭਾ ਇਲੈਕਸ਼ਨ ਆਉਣ ਵਾਲੀ ਆ। ਇੱਥੇ ਕੋਈ ਲੀਡਰ ਵੀ ਇਹ ਨਹੀਂ ਕਹਿ ਸਕਦਾ ਬਈ ਅਸੀਂ ਪਾਰਟੀ ਦੀਆਂ ਨੀਤੀਆਂ ਨੂੰ ਇਨ ਬਿਨ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ, ਕਿਉਂਕਿ ਨੀਤੀ ਹੈ ਕੋਈ ਨਹੀਂ। ਨੀਤੀ ਉਹ ਹੀ ਆ, ਲੋਗੋ ਤਾਂ ਇਹ ਦਿੱਤਾ ਕਿ ਅਸੀਂ ਰਾਜਨੀਤੀ ਚੇਂਜ ਕਰਨ ਵਾਸਤੇ ਆਏ, ਪਰ ਚੇਂਜ ਕੀ ਕੀਤਾ? ਜਦੋਂ ਸਾਡੇ ਕੋਲ ਫਾਰਮੈਟ ਹੀ ਇੱਕ ਹੈ ਕਿ ਹਾਈ ਕਮਾਂਡ ਕਲਚਰ ਹੈ, ਉੱਤੋਂ ਲੀਡਰ ਥੋਪਿਆ ਜਾਣਾ, ਜਿਹਨੂੰ ਉਹਨਾਂ ਨੇ ਚੁਣ ਲਿਆ ਉਹਨੂੰ ਮੁੜ ਕੇ ਲੋਕ ਉਹਨਾਂ ਦੇ ਨੁਮਾਇੰਦੇ ਨੂੰ ਵੋਟਾਂ ਪਾਉਣਗੇ। ਨੀਤੀ ਤੁਹਾਡੀ ਕੀ ਆ ਤੁਸੀਂ ਸਪਸ਼ਟ ਨਹੀਂ ਕਰਦੇ। ਵੇਖੋ ਗੱਲ ਤੇ ਆ ਵੀ ਹੁਣ ਜਿੱਦਣ ਇਹਨਾਂ ਨੇ 300 ਯੂਨਿਟ ਬਿਜਲੀ ਫ੍ਰੀ ਦੇਣ ਦਾ ਐਲਾਨ ਕੀਤਾ, ਸੂਬਾ ਪ੍ਰਧਾਨ ਜੀ ਨੂੰ ਬਣਾਇਆ ਭਗਵੰਤ ਸਿੰਘ ਮਾਨ ਇਹਨਾਂ ਦੇ ਨਾਲ ਬੈਠਾ। ਜਦੋਂ ਪੱਤਰਕਾਰ ਭਾਈਚਾਰੇ ਨੇ ਸਵਾਲ ਕੀਤਾ ਜੀ ਕੀ 301 ਯੂਨਿਟ ਬਿਜਲੀ ਬਲ ਜਾਏਗੀ ਤੇ ਬਿੱਲ 1 ਯੂਨਿਟ ਦਾ ਆਏਗਾ ਜਾਂ 301 ਦਾ ਆਏਗਾ? ਭਗਵੰਤ ਮਾਨ ਨੇ ਕਿਹਾ ਕਿ ਨਹੀਂ 1 ਯੂਨਿਟ ਦਾ ਆਏਗਾ। ਕੇਜਰੀਵਾਲ ਸਾਹਿਬ ਨੇ ਨਾਲ ਹੀ ਕੰਡਮ ਕਰ ਦਿੱਤਾ, ਨਾਲ ਹੀ ਉਹਨੂੰ ਟੋਕ ਦਿੱਤਾ ਕਿ ਨਹੀਂ 301 ਦਾ ਹੀ ਆਏਗਾ। ਮਤਲਬ ਇੱਕ ਸੂਬੇ ਦਾ ਪ੍ਰਧਾਨ ਜਿਹਨੂੰ ਤੁਸੀਂ ਬਣਾਇਆ ਔਰ 2 ਵਾਰ ਉਹ ਪਾਰਲੀਮੈਂਟ ਮੈਂਬਰ ਆ, ਔਰ ਪਾਰਲੀਮੈਂਟ ਦੇ ਵਿੱਚ ਆਮ ਆਦਮੀ ਪਾਰਟੀ ਦੀ ਜੇ ਹਾਜ਼ਰੀ ਲਵਾਉਣ ਵਾਲਾ ਆ ਤੇ ਕੋਈ ਇੱਕ ਹੀ ਬੰਦਾ ਆ ਭਗਵੰਤ ਮਾਨ, ਭਾਵੇਂ ਉਹ ਮਜ਼ਾਹੀਆ ਅੰਦਾਜ਼ ਵਿੱਚ ਗੱਲ ਕਰਦਾ, ਪਰ ਮੈਂ ਸਮਝਣਾ ਪੰਜਾਬ ਨਾਲ ਸੰਬੰਧਿਤ ਕੋਈ ਵੀ ਇੰਪੋਰਟੈਂਟ ਇਸ਼ੂ ਇਹੋ ਜਿਹਾ ਨਹੀਂ ਜਿਹਨੂੰ ਉਹ ਪਾਰਲੀਮੈਂਟ ਵਿੱਚ ਟੱਚ ਨਹੀਂ ਕਰਦਾ। ਲੀਡਰਾਂ ਨੂੰ ਵੀ ਨੰਗੇ ਕਰਦਾ, ਆਪਣੀ ਆਵਾਜ਼ ਗੱਲਾਂ ਕਰਨ ਨੂੰ ਜੀ ਉਹ ਸ਼ਰਾਬ ਪੀਂਦਾ, ਜੀ ਕੀ ਕਰਦਾ ਕੀ ਨਹੀਂ ਕਰਦਾ, ਇਹਦੇ ਤੋਂ ਕਿਸੇ ਨੇ ਕੀ ਲੈਣਾ? ਚਲੋ ਉਹਦਾ ਨਿੱਜੀ ਮਾਮਲਾ। ਉਹਦੀ ਬਤੌਰ MP ਜਿਹੜੀ ਡਿਊਟੀ ਆ ਪਾਰਲੀਮੈਂਟ ਵਿੱਚ ਆਵਾਜ਼ ਉਠਾਉਣੀ, ਬੇਸ਼ੱਕ ਉਹ ਇਕੱਲਾ ਹੀ ਆ, ਲੇਕਿਨ ਉਹਦੀ ਹਾਜ਼ਰੀ ਉੱਥੇ ਰੜਕਦੀ ਆ, ਪਤਾ ਲੱਗਦਾ ਕਿ ਉਹਦੀ ਹਾਜ਼ਰੀ। ਮੈਂ ਇਹ ਕਹਿਣਾ ਚਾਹੁੰਦਾ ਵੀ ਉਹਨਾਂ ਦੀ ਨੀਤੀ ਦੂਸਰੀਆਂ ਪਾਰਟੀਆਂ ਨਾਲੋਂ ਭਿੰਨ ਨਹੀਂ। ਜਦੋਂ ਨੀਤੀ ਭਿੰਨ ਨਹੀਂ ਤੇ ਫਿਰ ਰਿਜ਼ਲਟ ਵੀ ਵੱਖਰੇ ਨਹੀਂ ਆਉਣਗੇ, ਰਿਜ਼ਲਟ ਵੀ ਉਸੇ ਤਰ੍ਹਾਂ ਦੇ ਆਉਣਗੇ ਜਿਸ ਤਰ੍ਹਾਂ ਦੇ ਦੂਸਰੀਆਂ ਪਾਰਟੀਆਂ ਦੇ ਨੇ। ਬਲਕਿ ਜਿਹੜੀ ਕੇਜਰੀਵਾਲ ਦੀ ਨੀਤੀ ਆ ਉਹਦੇ ਬਾਰੇ ਉਸ ਟਾਈਮ ਤੇ ਸੂਬਾ ਪ੍ਰਧਾਨ ਨੂੰ ਨਹੀਂ ਪਤਾ ਕਿ ਕੀ ਐਲਾਨ ਕਰਨਾ। ਨਹੀਂ ਪਤਾ, ਅੱਜ ਵੀ ਨਹੀਂ ਪਤਾ। ਤੁਸੀਂ ਵੇਖੋ ਅਨਮੋਲ ਗਗਨ ਮਾਨ ਦੀ ਸਟੇਟਮੈਂਟ ਕੋਈ ਆ ਜਾਂਦੀ ਆ, ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦੀ ਸਟੇਟਮੈਂਟ ਕੋਈ ਆ ਜਾਂਦੀ ਆ, ਭਗਵੰਤ ਮਾਨ ਦੀ ਸਟੇਟਮੈਂਟ ਕੋਈ ਆ ਜਾਂਦੀ ਆ, ਫਿਰ 20 MLA ਉਹਨਾਂ ਦੇ ਲੋਕਾਂ ਨੇ ਜਿਤਾ ਕੇ ਭੇਜ ਦਿੱਤੇ।
ਔਰ ਉਹ ਬੰਦੇ ਜਿਤਾਏ ਜਿਹੜੇ ਬੰਦੇ ਰਾਜਨੀਤੀ 'ਚ ਕਦੀ ਪਹਿਲਾਂ ਨਹੀਂ ਸੀ। ਪਰ ਉਹ 20 ਦੇ 20 ਬੰਦੇ ਵੀ ਜੇ ਇਕੱਠੇ ਨਹੀਂ ਰਹਿ ਸਕੇ ਤੇ ਇਹਦੇ 'ਚ ਕਸੂਰ ਕਿਹਦਾ ਹੈ? ਜਿਹੜੇ ਘਰ ਦੇ ਵਿੱਚ ਫੁੱਟ ਪੈਂਦੀ ਆ, ਪਾਟਕ ਪੈਂਦੀ ਆ, ਉਸ ਘਰ ਦੇ ਵੱਡੇ ਜ਼ਿੰਮੇਵਾਰ ਹੁੰਦੇ ਨੇ ਕਿ ਉਹ ਸਾਰਿਆਂ ਨੂੰ ਥਾਂ ਥਾਂ ਹੀ ਰੱਖ ਨਹੀਂ ਸਕਦੇ। ਤਾਂ ਪੁੱਤਾਂ 'ਚ ਕਲੇਸ਼ ਪੈਂਦਾ ਜਦੋਂ ਬਾਪੂ ਦਾ ਖੂੰਡਾ ਕਾਇਮ ਨਾ ਹੋਵੇ। ਪਰ ਖੂੰਡੇ ਦੇ ਨਾਲ ਨਾਲ ਪ੍ਰੇਮ ਵੀ ਰੱਖਣਾ ਪੈਂਦਾ। ਇਸ ਕਰਕੇ ਉਹਨੂੰ ਤਾਂ ਚਾਹੀਦਾ ਹੈਗਾ ਕਿ ਆਪਣੇ 20 MLA ਜਿਹੜੇ ਨੇ ਇੱਕ ਇਸ ਤਰ੍ਹਾਂ ਦਾ ਮਾਡਲ ਪੇਸ਼ ਕਰਦਾ ਕਿ ਲੋਕ ਉਹਨਾਂ 'ਤੇ ਭਰੋਸਾ ਕਰ ਸਕਦੇ। ਜੇ ਅੱਜ ਇਹਨਾਂ ਨੂੰ ਪੁੱਛਿਆ ਜਾਵੇ ਕਿ ਬਤੌਰ ਵਿਰੋਧੀ ਧਿਰ ਤੁਹਾਡੀ ਕੀ ਕਾਰਗੁਜ਼ਾਰੀ ਹੈ, ਕੀ ਕੀਤਾ ਤੁਸੀਂ? ਕੁਛ ਵੀ ਨਹੀਂ। ਕਿ ਜੇ ਦੂਸਰੇ ਤਨਖਾਹਾਂ ਭੱਤੇ ਈਵਨ ਦੈਨ ਇੱਥੋਂ ਤੱਕ ਕਿ ਆਪਣੇ ਇਨਕਮ ਟੈਕਸ ਵੀ ਸਰਕਾਰੀ ਖਾਤੇ 'ਚ ਉਤਾਰਦੇ ਆ, ਤੇ ਕੀ ਆਮ ਆਦਮੀ ਵਾਲਿਆਂ ਨੇ ਨਹੀਂ ਲੈ? ਫਿਰ ਇਹ ਆਮ ਕਿੱਦਾਂ ਹੋ ਗਏ? ਜੇ ਉਹ ਸਿਕਿਉਰਿਟੀ ਤੇ VIP ਕਲਚਰ ਲੈ ਕੇ ਚੱਲਦੇ ਆ ਕਿ ਇਹ ਨਹੀਂ ਲੈਂਦੇ। ਪਹਿਲਾਂ ਇਹਨਾਂ ਨੇ ਐਲਾਨ ਕੀਤੇ ਸੀ ਜੀ ਲਾਲ ਬੱਤੀ ਨਹੀਂ ਲਵਾਂਗੇ ਜੀ, ਸਿਕਿਉਰਿਟੀ ਨਹੀਂ ਲਵਾਂਗੇ ਜੀ, ਆਹ ਨਹੀਂ ਕਰਾਂਗੇ ਜੀ, ਉਹ ਨਹੀਂ ਕਰਾਂਗੇ। ਇਹ ਤਾਂ ਸਭ ਕੁਝ ਇਸੇ ਤਰ੍ਹਾਂ ਕਰਦੇ ਆ। ਜੇ ਬਾਕੀ ਰਵਾਇਤੀ ਪਾਰਟੀਆਂ ਦੇ ਆਗੂ ਅਫਸਰਸ਼ਾਹੀ ਦੇ ਨਾਲ ਕਈ ਵਾਰੀ ਸ਼ਬਦਾਂ ਦੇ ਤੌਰ ਦੇ ਉੱਤੇ ਮਾੜੀ ਸ਼ਬਦਾਵਲੀ ਵਰਤ ਕੇ ਉਹਨਾਂ ਨਾਲ ਟਰੀਟ ਕਰਦੇ ਆ, ਤੇ ਇਹਨਾਂ ਦੇ ਵੀ ਇਸੇ ਤਰ੍ਹਾਂ ਦੀਆਂ ਆਡੀਓ ਕਈ ਸਾਹਮਣੇ ਆਈਆਂ ਨੇ। ਉਹ ਆਪਣਾ ਸੰਧਮਾ ਦੀ ਪਿੱਛੇ SDM ਦੇ ਨਾਲ ਇੱਕ ਤਕਰਾਰ ਆਈ, ਮੈਂ ਸਰਕਾਰ ਇੱਦਾਂ ਕਰਕੇ ਕਰਨ ਦੀ। ਇਹ ਚੀਜ਼ਾਂ ਕੀ ਸਾਬਤ ਕਰਦੀਆਂ ਨੇ? ਕਿ ਅਸੀਂ ਪੰਜਾਬ ਦੇ ਮੁੱਦਿਆਂ ਪ੍ਰਤੀ ਸੰਜੀਦਾ ਨਹੀਂ ਹੈਗੇ। ਸਾਨੂੰ ਸਿਰਫ ਨਿੱਜ ਦੀ ਪ੍ਰੋਬਲਮ ਆ। ਅਸੀਂ ਆਪਣੇ ਨਿੱਜੀ ਸਵਾਰਥ ਨੂੰ ਲੈ ਕੇ ਅੱਗੇ ਚੱਲਣਾ ਚਾਹੁੰਦੇ ਹਾਂ। ਜਿੰਨੀ ਦੇਰ ਤੱਕ ਸਵਾਰਥ ਭਾਰੂ ਰਹੇਗਾ ਪੰਜਾਬ ਪਛੜੇ। ਕੇਜਰੀਵਾਲ ਸਾਹਿਬ ਨੇ ਵੀ ਐਲਾਨ ਕੀਤਾ ਕਿ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਉਹ ਸਿੱਖ ਚਿਹਰਾ ਹੋਏਗਾ, ਤੇ ਨਾਲ ਹੀ ਉਹਨਾਂ ਭਗਵੰਤ ਮਾਨ ਨੂੰ ਵੀ ਕਹਿ ਦਿੱਤਾ ਕਿ ਇਹ ਯੋਗ ਨਹੀਂ ਗੇ ਆਪਣੇ ਜੋ ਸਿਆਸੀ ਭਾਸ਼ਾ ਹੁੰਦੀ ਆ। ਤੇ ਭਗਵੰਤ ਮਾਨ ਸਾਹਿਬ ਵੀ ਆਪਣੀ ਵੱਖਰੀ ਜਿਹੜੀ ਉਹ ਟੀਮ ਤਿਆਰ ਕਰਦੇ ਪਏ ਆ, ਪਿੰਡ ਸੱਦ ਕੇ ਲੋਕਾਂ ਨੂੰ ਇਹ ਪ੍ਰਭਾਵ ਬਣਾਉਂਦੇ ਪਏ ਆ ਕਿ ਸਾਨੂੰ ਭਗਵੰਤ ਮਾਨ ਜਿਹੜਾ ਹੈ ਉਹ ਮੁੱਖ ਮੰਤਰੀ ਚਾਹੀਦਾ। ਜੇ ਦੂਜੀਆਂ ਪਾਰਟੀਆਂ ਵਾਂਗ ਇਹਨਾਂ 'ਚ ਵੀ ਇਸ ਤਰ੍ਹਾਂ ਦਾ ਕਾਟੋ ਕਲੇਸ਼ ਪੈਂਦਾ ਆ, ਭਗਵੰਤ ਮਾਨ ਸਾਹਿਬ ਦੀ ਇਹ ਵੀ ਕਨਸੋਂ ਆਈਆਂ, ਪਤਾ ਨਹੀਂ ਸਹੀ ਕਿੰਨੀਆਂ ਨੇ, ਕਿ ਉਹ ਵੱਖਰੀ ਪਾਰਟੀ ਬਣਾ ਕੇ ਜਿਹੜਾ ਆ ਗੱਲ ਕਰਨਗੇ ਜੇ ਉਹਨਾਂ ਦੇ ਜਿਹੜੇ ਮਤਭੇਦ ਆ ਕੇਜਰੀਵਾਲ ਸਾਹਿਬ ਨਾਲ ਇਸ ਮਾਮਲੇ ਨੂੰ ਲੈ ਕੇ ਨਹੀਂ ਦੂਰ ਹੁੰਦੇ। ਜੇ ਇਸ ਤਰ੍ਹਾਂ ਦੀ ਸਥਿਤੀ ਬਣਦੀ ਆ ਤਾਂ ਲੋਕ ਕਿੱਧਰ ਜਾਣਗੇ? ਪੰਜਾਬ ਦੇ ਜਿਹੜੇ ਤੀਜੇ ਬਦਲ ਦੀ ਆਸ ਲਾਈ ਬੈਠੇ ਆ। ਤੀਜਾ ਬਦਲ ਲੱਗਦਾ ਕਿ ਪੰਜਾਬ ਵਾਲਿਆਂ ਦੇ ਕਰਮਾਂ 'ਚ ਨਹੀਂ ਹੈਗਾ। ਪਰ ਬਦਲ ਤਾਂ ਇਹ ਆ ਵੀ ਇਹ ਜਿਹੜੇ ਬੰਦੇ ਇੱਕ ਪਾਰਟੀ 'ਚ ਨੇ ਉਹੀ ਬੰਦੇ ਛਾਲ ਮਾਰ ਕੇ ਦੂਜੀ 'ਚ ਚਲੀ ਜਾਣ, ਉਹੀ ਬੰਦੇ ਤੀਜੀ 'ਚ ਚਲੀ ਜਾਣ, ਤੇ WhatsApp ਬਦਲ ਕਿੱਥੋਂ ਆਊਗਾ? ਬਦਲਾਅ ਤੇ ਵਿਚਾਰਧਾਰਕ ਤੌਰ 'ਤੇ ਹੁੰਦਾ, ਤੇ ਵਿਚਾਰਧਾਰਾ ਤੇ ਕਿਸੇ ਦੇ ਕੋਲ ਰਹੀ ਨਹੀਂ। ਹੁਣ ਭਗਵੰਤ ਮਾਨ ਦਾ ਮਹੱਤਵ ਆਕਾਂਖੀ ਹੋਣਾ ਮਨੁੱਖ ਦਾ ਸੁਭਾਅ ਆ। ਹਰ ਬੰਦਾ ਚਾਹੁੰਦਾ ਕਿ ਮੈਨੂੰ ਵੱਡੀ ਕੁਰਸੀ ਮਿਲੇ। ਪਰ ਵੈਸੇ ਜੇ ਪਾਰਟੀ ਦੇ ਤੇ ਸੂਬੇ ਦੇ ਵਡੇਰੇ ਹੱਥਾਂ ਨਹੀਂ ਵੇਖਿਆ ਜਾਵੇ ਤੇ ਇੱਕ ਹੀ ਪਾਰਲੀਮੈਂਟ 'ਚ ਇਹਨਾਂ ਦਾ ਨੁਮਾਇੰਦਾ ਹੈ। ਜੇ ਪਾਰਲੀਮੈਂਟ ਦੇ ਵਿੱਚ ਇੱਕ ਵੀ ਨੁਮਾਇੰਦਾ ਨਹੀਂ ਰਹਿੰਦਾ ਤੇ ਤੁਹਾਡੀ ਤੇ ਹਾਜ਼ਰੀ ਨਹੀਂ ਲੱਗਣੀ ਪਾਰਲੀਮੈਂਟ ਦੇ ਵਿੱਚ। ਤੁਹਾਨੂੰ ਇਹ ਯਕੀਨ ਕਿਉਂ ਨਹੀਂ ਕਿ ਜਿਹੜੇ ਤੁਹਾਡੇ ਸਾਥੀ ਨੇ ਇਹਨਾਂ 'ਚ ਬਾਕੀ ਵੀ ਕੋਈ ਮੁੱਖ ਮੰਤਰੀ ਪਦ ਦੀ ਜ਼ਿੰਮੇਵਾਰੀ ਸੰਭਾਲ ਸਕਦਾ ਹੈ? ਜੇ ਤੁਹਾਡੇ ਕੋਲ ਕੋਈ ਨੀਤੀ ਹੋਵੇ ਤੇ ਬੰਦਾ ਜਿਹੜਾ ਮਰਜ਼ੀ ਅੱਗੇ ਲਾ ਦਿਓ। ਵੇਖੋ ਪੰਜਾਬ ਦੇ ਵਿੱਚ ਜੇ ਤੁਸੀਂ ਵਿਚਰਨਾ ਤੇ ਤੁਹਾਨੂੰ ਪੰਜਾਬ ਦੇ ਕਲਚਰ ਦੇ ਨਾਲ ਵੀ ਰੂਬਰੂ ਹੋਣਾ ਪਊਗਾ। ਪੰਜਾਬ ਦਾ ਕਲਚਰ ਇਹੋ ਜਿਹਾ ਹੈ, ਨਵਾਬ ਕਪੂਰ ਸਿੰਘ ਵਰਗੇ ਜਿਹੜੇ ਘੋੜਿਆਂ ਦੀ ਸੇਵਾ ਕਰਦੇ ਸੀ, ਜੋੜਿਆਂ ਦੀ ਸੇਵਾ ਕਰਦੇ ਸੀ, ਪੰਥ ਨੇ ਨਵਾਬੀਆਂ ਦੇ ਕੇ ਨਵਾਜਿਆ, ਔਰ ਉਹਨਾਂ ਨਵਾਬੀਆਂ ਦੇ ਨਾਲ ਨਿੱਜੀ ਸਵਾਰਥ ਨਹੀਂ ਪੂਰੇ ਕੀਤੇ। ਨਵਾਬੀਆਂ ਦੇ ਨਾਲ ਪੰਥ ਨੂੰ ਚੜ੍ਹਦੀ ਕਲਾ 'ਚ ਲੈ ਕੇ ਗਏ। ਅੱਜ ਇੱਥੇ ਨਵਾਬ ਕਪੂਰ ਸਿੰਘ ਲੱਭਣ ਦੀ ਲੋੜ ਹੈ ਜਿਹੜੇ ਪੰਜਾਬ ਨੂੰ ਅੱਗੇ ਰੱਖਣ, ਆਪਣੇ ਆਪ ਨੂੰ ਅੱਗੇ ਨਾ ਰੱਖਣ। ਉਹਨਾਂ ਸ਼ਰਤ ਇਹ ਲਾਈ ਸੀਗੀ ਕਿ ਨਵਾਬੀ ਮੈਨੂੰ ਤਾਂ ਕਬੂਲ ਹੈ ਜੇ ਮੈਨੂੰ ਜੋੜਿਆਂ ਦੀ ਸੇਵਾ ਤੇ ਘੋੜਿਆਂ ਦੀ ਲਿੱਦ ਦੀ ਸੇਵਾ ਤੋਂ ਫਰਕ ਨਹੀਂ ਕਰਨਾ, ਮੈਂ ਇਹ ਵੀ ਕਰਨੀ ਆ ਕਿਉਂਕਿ ਇਹ ਗੁਰੂ ਦੀ ਸੇਵਾ ਹੈ, ਮੈਂ ਕਰਨੀ ਆ। ਇਹ ਨਵਾਬੀ ਮੇਰੇ ਵਾਸਤੇ ਤੁੱਛ ਹੈ। ਜੇ ਇਹ ਨਵਾਬੀਆਂ ਨੂੰ ਜੁੱਤੀ ਦੀ ਨੋਕ ਤੋਂ ਜਾਣਨ ਤੇ ਨਵਾਬੀਆਂ ਘਰ ਚੱਲ ਕੇ ਆ ਜਾਣ। ਪਰ ਜਦੋਂ ਆਪ ਕੋਸ਼ਿਸ਼ ਕਰਨੀ ਆ ਕਿ ਹੁਣ ਮੈਂ ਬਣ ਜਾ, ਹੁਣ ਦੇਖੋ ਸਪੋਜ਼ ਭਗਵੰਤ ਮਾਨ ਵੀ ਮੁੱਖ ਮੰਤਰੀ ਬਣ ਜੇ, ਆਪਣੀ ਪਾਰਟੀ ਬਣਾ ਲਿਆ, ਵੱਖਰੀ ਪਾਰਟੀ ਬਣਾ ਲਵੇ, ਵੱਖਰੀ ਪਾਰਟੀ ਬਣਾ ਕੇ ਜਿਹੜਾ ਤੌਰ ਤਰੀਕਾ ਕੇਜਰੀਵਾਲ ਨੇ ਅਪਣਾਇਆ ਉਹੀ ਭਗਵੰਤ ਮਾਨ ਨੇ ਅਪਣਾਉਣਾ, ਕਿਉਂਕਿ ਉਹ ਕਲਚਰ ਨਾਲ ਜੁੜਿਆ ਉਸੇ ਨਾਲ, ਤੇ ਜਿਸ ਕਲਚਰ ਨਾਲ ਕੋਈ ਜੁੜਿਆ ਹੁੰਦਾ ਉਸੇ ਦੀ ਪ੍ਰਮੋਸ਼ਨ ਕਰਦਾ। ਨਹੀਂ, ਹੁਣ ਜੇ ਆਪਾਂ ਕੈਪਟਨ ਸਾਹਿਬ ਦੀ ਗੱਲ ਕੀਤੀ ਹੈ ਕਿ ਉਹ ਲਾਰਿਆਂ ਦਾ ਜਿਹੜਾ ਬੜਾ ਵੱਡਾ ਇੱਕ ਪੰਡ ਲਾਰਿਆਂ ਦੀ ਪੰਜਾਬ ਦੇ ਲੋਕਾਂ ਨੂੰ ਦਿੱਤੀ, ਪੂਰੇ ਕੋਈ ਵੀ ਨਹੀਂ ਹੋਏ। ਹੁਣ ਜਦੋਂ ਗੱਲ ਕਰਦੇ ਆ ਤੇ ਲੋਕ ਉਹਨਾਂ ਦੇ ਬੜੀ ਕਮੈਂਟਬਾਜ਼ੀ ਕਰਦੇ ਆ। ਸੁਖਬੀਰ ਬਾਦਲ ਦੀ ਗੱਲ ਕਰੀ ਤਾਂ ਲੋਕ ਕਹਿ ਦਿੰਦੇ ਆ ਕਿ ਯਾਰ ਇਹਨਾਂ ਬੋਲਣਾ ਹੀ ਝੂਠ ਹੈ, ਉਹਨਾਂ 'ਤੇ ਵਿਸ਼ਵਾਸ ਨਹੀਂ ਕਰਦੇ। ਕੇਜਰੀਵਾਲ ਸਾਹਿਬ ਭਗਵੰਤ ਮਾਨ ਦੀ ਗੱਲ ਕੀਤੀ ਆ। ਇੱਕ ਅੰਮ੍ਰਿਤਸਰ ਤੋਂ ਬੁਲਾਰਾ ਉਹ ਬੋਲਦਾ ਹੈ, ਮੈਂ ਇੰਟਰਵਿਊ ਕਰਦਾ ਪਿਆ ਸਾਂ ਕਿ ਜੇ ਇਹਨਾਂ ਦੋਨਾਂ ਪਾਰਟੀਆਂ 'ਚੋਂ ਫਿਰ ਇੱਕ ਪਾਰਟੀ ਪੰਜਾਬ ਦੀ ਸੱਤਾ 'ਤੇ ਇਸ ਵਾਰ ਕਾਬਜ਼ ਹੁੰਦੀ ਆ ਤੇ ਇਹ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪੰਜਾਬ ਦੇ ਜਿਹੜੇ ਵੋਟਰ ਨੇ ਜਾਂ ਸਪੋਰਟਰ ਨੇ ਉਹਨਾਂ ਦੀ ਜ਼ਮੀਰ ਮਰ ਚੁੱਕੀ ਆ। ਉਹ ਖੁਦ ਨਹੀਂ ਚਾਹੁੰਦੇ ਕਿ ਜਿਹੜਾ ਤੀਜਾ ਬਦਲਾਅ ਆਵੇ ਜਾਂ ਤੀਜਾ ਕੋਈ ਚਿਹਰਾ ਸਾਹਮਣੇ ਆਵੇ। ਨਹੀਂ, WhatsApp ਜ਼ਮੀਰ ਤੇ ਮਰ ਗਈ ਹੈ। ਵੇਖੋ ਨਾ, ਜ਼ਮੀਰ ਮਰੀ ਦੀਆਂ ਹੀ ਨਿਸ਼ਾਨੀਆਂ ਨੇ ਕਿ ਅੱਜ ਦਿੱਲੀ ਦੇ ਵਿੱਚ ਕਿਸਾਨ ਸੰਘਰਸ਼ ਜਿਹੜਾ ਆਪਣੀ ਚਰਮ ਸੀਮਾ ਦੇ ਉੱਤੇ ਪਹੁੰਚਿਆ ਹੋਇਆ,
ਕੇਂਦਰ ਸਰਕਾਰ ਦੀ ਨਾਦਰਸ਼ਾਹੀ ਨੀਤੀ ਉੱਥੇ ਚੱਲ ਰਹੀ ਆ। ਹਰ ਤਰੀਕਾ ਵਰਤ ਕੇ ਉਸ ਅੰਦੋਲਨ ਨੂੰ ਫੇਲ ਕਰਨਾ ਚਾਹੁੰਦੇ ਆ। ਜਿਹੜੇ ਬੰਦੇ ਉੱਥੇ ਜਾ ਕੇ ਨਾਰੇ ਮਾਰਦੇ ਨੇ ਤੇ ਉੱਥੇ ਜਾ ਕੇ ਕਹਿੰਦੇ ਨੇ ਸਿਆਸੀ ਪਾਰਟੀ ਦੇ ਕਿਸੇ ਆਗੂ ਨੂੰ ਸਟੇਜ 'ਤੇ ਨਹੀਂ ਚੜ੍ਹਨ ਦੇਣਾ, ਉਹੀ ਇੱਥੇ ਆ ਕੇ ਸਿਆਸੀ ਪਾਰਟੀਆਂ ਦੀ ਜਿੰਦਾਬਾਦ ਕਰੀ ਜਾਂਦੇ ਨੇ। ਫਿਰ ਜ਼ਮੀਰ ਕਿੱਥੇ ਰਹਿ ਗਈ? ਹੁਣ ਤੁਸੀਂ ਵੇਖੋ ਵੀ ਪਿਛਲੇ ਸਮੇਂ ਦੇ ਵਿੱਚ ਜਿਹੜੇ ਵੀ ਵਰਤਾਰੇ ਵਾਪਰੇ ਨੇ ਉਹਨਾਂ ਨੂੰ ਮੁੱਖ ਰੱਖ ਕੇ ਮੈਨੂੰ ਇੱਦਾਂ ਲੱਗਦਾ ਹੈ ਵੀ ਬੀਜੇਪੀ ਇਹ ਚੀਜ਼ ਸੋਚ ਕੇ ਚੱਲੀ ਆ ਕਿ ਪੰਜਾਬੀਆਂ ਦੀ ਯਾਦਦਾਸ਼ਤ ਕੋਈ ਬਹੁਤੀ ਲੰਮੀ ਨਹੀਂ ਹੁੰਦੀ, ਇਹਨਾਂ ਨੂੰ ਛੇਤੀ ਭੁੱਲ ਭੁਲਾ ਜਾਂਦਾ। ਇਹੋ ਹੀ ਕਾਰਨ ਆ ਕਿ ਉਹ ਇਸ ਸੰਘਰਸ਼ ਨੂੰ ਇੰਨਾ ਲੰਮਾ ਲਮਕਾਉਣ ਡਿਆ ਕਿ ਲਮਕ ਲਮਕ ਕੇ ਆਪਣੀ ਦਮ ਤੋੜ ਦੇਵੇ। ਹੁਣ ਤੁਸੀਂ ਵੇਖੋ, ਜੇ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਰੋਸ ਪ੍ਰਗਟ ਕਰਨ ਤੋਂ ਬਾਅਦ ਗੰਨੇ ਦੇ ਭਾਅ ਵਧਾਏ ਆ, ਜੇ ਸਹੀ ਮਾਇਨੇ 'ਚ ਲੋਕਾਂ ਦੀ ਸਰਕਾਰ ਹੈ ਤਾਂ ਮੰਗਣਾ ਕਿਉਂ ਪਿਆ ਇਹਦੇ ਕੋਲ? ਭਾਵੇਂ ਕਿ ਜੋ ਕਿਸਾਨਾਂ ਨੇ ਮੰਗਿਆ ਸੀ ਉਹ ਨਹੀਂ ਦਿੱਤਾ, ਪਰ ਫਿਰ ਵੀ ਭਾਵੇਂ 2 ਦਿਨ ਸੰਘਰਸ਼ ਕੀਤਾ, ਭਾਵੇਂ 4 ਦਿਨ ਸੰਘਰਸ਼ ਕੀਤਾ, ਕਿਉਂ ਕਰਨਾ ਪਿਆ? ਤੁਸੀਂ ਆਪਣੇ ਆਪ ਕਿਉਂ ਨਹੀਂ ਕੀਤਾ? ਤੁਹਾਡੀ ਫਰਜ਼ ਨਹੀਂ ਬਣਦਾ ਸਰਕਾਰ ਹੋਣ ਦੇ ਨਾਤੇ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਫਾਰਮਰ ਦਾ ਇਹਦੇ 'ਚ ਲਾਸ ਹੋ ਰਿਹਾ, ਸਾਡੇ ਫਾਰਮਰ ਨੂੰ ਕਿਸ ਚੀਜ਼ ਦੀ ਲੋੜ ਹੈ। ਹੁਣ ਜੇ ਕਣਕ ਦਾ ਭਾਅ ਸੈਂਟਰ ਸਰਕਾਰ ਨੇ 40 ਰੁਪਏ ਵਧਾਤਾ ਤੇ 40 ਰੁਪਏ ਵਧਾ ਕੇ ਅਖਬਾਰਾਂ ਦੇ ਵਿੱਚ ਖਬਰਾਂ ਦੇ ਤੇਰੇ ਦੀ ਐਡ ਸ਼ੈਡ ਕਰੀ ਜਾਂਦੇ, ਪਰ ਕਿਸਾਨ ਦੀ ਅੱਜ ਲਾਗਤ ਜਿੰਨੀ ਵੱਧ ਗਈ ਆ ਉਹਨੂੰ ਕਿਸੇ ਨੇ ਮਾਪਿਆ? ਅੱਜ ਡੀਜ਼ਲ ਦਾ ਕੀ ਭਾਅ ਹੋ ਗਿਆ, ਅੱਜ ਖਾਦਾਂ ਦਾ ਸਪਰੇਆਂ ਦਾ ਕੀ ਭਾਅ ਹੋ ਗਿਆ, ਲੇਬਰ ਕਿੱਥੇ ਚਲੀ ਗਈ ਆ? ਕਿਉਂਕਿ ਲੇਬਰ ਤਾਂ ਆਟੋਮੈਟਿਕਲੀ ਵਧਣੀ ਆ ਜਦੋਂ ਮਹਿੰਗਾਈ ਹੋ ਗਈ। ਹੁਣ ਵੇਖੋ, ਜੇ 200 ਰੁਪਏ ਕਿਲੋ ਕੋ ਸਰੋਂ ਦਾ ਤੇਲ ਲੈਣ ਡਿਆ, ਮਜ਼ਦੂਰ ਦੇ ਘਰ ਦਾ ਖਰਚਾ ਵੱਧ ਗਿਆ ਤੇ ਉਹਦੀ ਲੇਬਰ ਆਟੋਮੈਟਿਕਲੀ ਵਧੇਗੀ, ਉਹਦਾ ਗੁਜ਼ਾਰਾ ਨਹੀਂ ਹੁੰਦਾ। ਹੁਣ 300 ਰੁਪਏ ਦਿਹਾੜੀ ਦੇ ਵਿੱਚ ਉਹ ਵੀ ਦਿਹਾੜੀ ਵਧਾਏਗਾ, ਇਹਦਾ ਮਤਲਬ ਉਹਦੀ ਕੋਸਟ ਵੀ ਜੱਟ ਦੇ ਉੱਤੇ ਪਈ ਨਾ, ਜਿਹੜੇ ਜ਼ਿਮੀਂਦਾਰ ਨੇ ਖੇਤੀ ਕਰਨੀ ਹੈ। ਤੇ 40 ਰੁਪਏ ਕਣਕ ਦਾ ਵਾਧਾ ਕਰਕੇ ਸਰਕਾਰ ਉਹਦੀ ਭਲ ਲੈਣੀ ਚਾਹੁੰਦੀ ਆ, ਐਡਵਾਂਟੇਜ ਲੈਣਾ ਚਾਹੁੰਦੀ ਹੈ ਵੀ ਅਸੀਂ ਕਰ ਦਿੱਤੇ। ਪਰ ਜਦੋਂ ਕਿ ਸਰਕਾਰ ਆਪਣੇ ਫਰਜ਼ਾਂ ਤੋਂ ਭੱਜੀ ਹੋਈ ਆ, ਜਿਹੜਾ ਕਰਨਾਲ ਦੇ ਵਿੱਚ ਧਰਨਾ ਲੱਗਾ, ਜਿਹੜੀ ਕਿਸਾਨਾਂ ਨੇ ਡਿਮਾਂਡ ਕੀਤੀ ਆ, ਬੇਸ਼ੱਕ ਉਹ ਇਹਨਾਂ ਮੈਨੂੰ ਪੂਰੀ ਨਹੀਂ ਕੀਤੀ, ਥੋੜ੍ਹੀ ਕੀਤੀ ਆ, ਪਰ ਕੀ ਇਹ ਧਰਨਾ ਲੱਗਣ ਤੋਂ ਪਹਿਲਾਂ ਕੀਤੀ ਨਹੀਂ ਸੀ ਜਾ ਸਕਦੀ? ਕੀਤੀ ਜਾ ਸਕਦੀ। ਉਹਨਾਂ ਨੂੰ ਉਲਝਾਇਆ ਇਸ ਕਰਕੇ ਹੈ ਕਿ ਇਹਨਾਂ ਦਾ ਧਿਆਨ ਡਾਇਵਰਟ ਹੋਵੇ, ਇਹਨਾਂ ਦੀ ਤਾਕਤ ਜਿਹੜੀ ਆ ਉਹ ਖਿੰਡੀ ਜਾਵੇ, ਕੁਛ ਦਿੱਲੀ 'ਚ ਰਹਿ ਜਾਣ, ਕੁਛ ਇੱਥੇ ਰਹਿ ਜਾਣ। ਹੁਣ ਵੀ ਤੁਸੀਂ ਕੋ, ਮੈਂ ਤਾਂ ਇਹ ਸਮਝਦਾ ਵੀ ਜਿਹੜੀ ਉਹਨਾਂ ਨੂੰ ਨੌਕਰੀ ਦੀ ਅਨਾਉਂਸਮੈਂਟ ਕੀਤੀ ਆ DC ਰੇਟਾਂ 'ਤੇ ਕੀਤੀ ਆ, ਉਹਨਾਂ ਨੂੰ ਪਰਮਾਨੈਂਟ ਨੌਕਰੀ ਦੇਣੀ ਚਾਹੀਦੀ, ਕਿਉਂਕਿ ਉਹਨਾਂ ਦਾ ਜਿਹੜਾ ਘਰ ਦਾ ਬਜ਼ੁਰਗ ਮਰ ਗਿਆ, ਘਰ ਦਾ ਜਿਹੜਾ ਮੁਖੀ ਸ਼ਹੀਦ ਹੋ ਗਿਆ ਵਾ, ਉਹਦਾ ਕੋਈ ਬਦਲ ਨਹੀਂ ਬਣ ਸਕਦਾ। ਉਹਨੂੰ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਕੰਪਨਸੇਟ ਨਹੀਂ ਸਰਕਾਰਾਂ ਕਰ ਸਕਦੀਆਂ। ਪਰ ਜੇ ਨੌਕਰੀ ਦੇਣੀ ਲੱਗੇ ਹੋ ਤੇ ਪਰਮਾਨੈਂਟ ਨੌਕਰੀ ਦਿਓ, DC ਰੇਟ ਤੇ ਕਿਉਂ ਨੌਕਰੀ ਦਿੰਦੇ ਹੋ? ਸੋ ਭਾਜੀ, ਮੇਰੀ ਨਾ ਵੈਸੇ ਅੱਜ ਦੀ ਜਿਹੜੀ ਚਰਚਾ ਸੀ ਨਾ ਕਿਸਾਨ ਅੰਦੋਲਨ ਤੇ ਆਪਾਂ ਆਉਣ ਵਾਲੇ ਸਮੇਂ 'ਚ ਗੱਲ ਕਰਾਂਗੇ। ਹੋਰ ਵੀ ਅਜੇ ਬੜੇ ਚਿਹਰੇ ਨੇ ਪੰਜਾਬ ਦੇ ਜਿਹੜੇ ਦਾਅਵਾ ਕਰਦੇ ਆ ਕਿ ਅਸੀਂ ਪੰਜਾਬ ਦੇ ਲੋਕ ਮੁੱਦਿਆਂ ਦੀ ਗੱਲ ਕਰਦੇ, ਉੱਤੇ ਵੀ ਆਉਣ ਵਾਲੇ ਸਮੇਂ 'ਚ ਵਿਚਾਰ ਚਰਚਾ ਕਰਾਂਗੇ। ਕਿਸਾਨ ਅੰਦੋਲਨ ਦੀ ਕੀ ਰੂਪਰੇਖਾ ਆ, ਕੀ ਹੋਣੀ ਚਾਹੀਦੀ ਹੈ, ਜਾਂ ਇਸ ਵੇਲੇ ਕਿਹੜੇ ਸੰਘਰਸ਼ੋਂ ਗੁਜ਼ਰੇ, ਉਹਦੇ ਲਈ ਵੀ ਆਉਣ ਵਾਲੇ ਸਮੇਂ 'ਚ ਗੱਲ ਕਰਾਂਗੇ। ਗੱਲ ਸੀ ਕਿ ਪੰਜਾਬ ਦੀ ਜਿਹੜੀ ਸਿਆਸਤ ਹੈ, 2022 ਦੀਆਂ ਵਿਧਾਨ ਸਭਾ ਚੋਣਾਂ ਆ, ਕਿ ਪੰਜਾਬੀ ਇਸ ਵਾਰੀ ਕਿਹਨੂੰ ਮੁੱਖ ਰੱਖ ਕੇ ਚੱਲਣਗੇ? ਦੋਨਾਂ ਪਾਰਟੀਆਂ ਨੂੰ ਵੇਖ ਲਿਆ, ਪਿਛਲੇ 75 ਸਾਲ ਤੋਂ ਵੇਖਦੇ ਪਏ ਆ। ਤੁਸੀਂ ਗੱਲ ਕਰਦੇ ਹੋ ਕਿ 100 ਸਾਲ ਦੀ ਮੈਨੂੰ ਲੱਗਦਾ ਪਾਰਟੀ ਜਿਹੜੀ 100 ਸਾਲ ਹੋ ਚੱਲੇ ਅਕਾਲੀ ਦਲ ਨੂੰ, ਤੇ ਕਾਂਗਰਸ ਵੀ ਬੜੇ ਲੰਮੇ ਸਮੇਂ ਤੋਂ ਕੰਮ ਕਰਦੀ ਪਈ ਆ, ਤੇ ਦੋਵਾਂ ਦੀ ਕਾਰਗੁਜ਼ਾਰੀ ਜਿਹੜੀ ਨਾ ਦੇ ਬਰਾਬਰ ਹੈ। ਤੁਸੀਂ ਕਹਿੰਦੇ ਤਾਂ ਗਲੀਆਂ ਨਾਲੀਆਂ ਨਹੀਂ ਬਣੀਆਂ, ਜਿਹੜੇ ਵੱਡੇ ਮੁੱਦੇ ਉਹ ਤੇ ਉਹ ਮੂੰਹ ਅੱਡੀ ਖੜੇ ਨੇ। ਬਿਲਕੁਲ ਬਿਲਕੁਲ। ਤੇ ਹੁਣ ਫਿਰ ਪੰਜਾਬੀ ਜਿਹੜੇ ਆ ਜਾਂ ਜਿਹੜੇ ਸੂਬੇ ਦੇ ਵੋਟਰ ਨੇ, ਲਾਸਟ ਹੀ ਸਵਾਲ ਆ ਕਿ ਕੀ ਮਨ 'ਚ ਲੈ ਕੇ ਚੱਲਣ, ਕੀ ਰਣਨੀਤੀ ਲੈ ਕੇ ਚੱਲਣ? ਤੁਸੀਂ ਨੌਜਵਾਨਾਂ ਦੀ ਵੀ ਗੱਲ ਕੀਤੀ, ਉਹ ਚਾਹੁੰਦੇ ਕਿ ਪ੍ਰੈਕਟੀਕਲ ਜਿਹੜਾ ਹੈ ਕੀਤਾ ਜਾਵੇ, ਲਾਰਿਆਂ ਵਾਅਦਿਆਂ ਦੀ ਗੱਲ ਨਹੀਂ ਚਾਹੀਦਾ। ਅੱਜ ਇਹ ਆ ਕਿ ਪੰਜਾਬ ਦੇ ਵੋਟਰ ਪੰਜਾਬ ਨੂੰ ਮੁੱਦਾ ਲੈ ਕੇ ਚੱਲਣ, ਪੰਜਾਬ ਅੱਗੇ ਹੋਵੇ, ਪਾਰਟੀਆਂ ਪਿੱਛੇ ਹੋ ਜਾਣ, ਕਿਉਂਕਿ ਪਾਰਟੀਆਂ ਨੇ ਆਪਣਾ ਸਭ ਕੁਝ ਸਾਬਤ ਕਰ ਦਿੱਤਾ। ਇਸ ਹਮਾਮ 'ਚ ਸਾਰੇ ਹੀ ਲੰਘੇ, ਕੋਈ ਘੱਟ ਨਹੀਂ। ਜਿੱਥੇ ਕਿਸੇ ਦਾ ਦਾ ਲੱਗਦਾ ਉੱਥੇ ਉਹਨੇ ਲਾਇਆ। ਆਚਾਰੀਆ ਰਜਨੀਸ਼ ਕਹਿੰਦਾ ਇਮਾਨਦਾਰ ਉਹੀ ਹੈ ਜਿਹਦਾ ਕਿਤੇ ਹੱਥ ਨਹੀਂ ਪੈਂਦਾ। ਸੰਤ ਸਿੰਘ ਮਸਕੀਨ ਜੀ ਵੀ ਗੱਲ ਕਰਦੇ, ਜਿੱਥੇ ਕਿਸੇ ਦਾ ਹੱਥ ਪੈ ਜੇ ਉੱਥੇ ਕੋਈ ਕਸਰ ਨਹੀਂ ਛੱਡਦਾ, ਭਾਵੇਂ ਮੈਂ ਹੋਵਾਂ ਭਾਵੇਂ ਕੋਈ ਹੋਰ ਹੋਵੇ, ਕੋਈ ਕਸਰ ਨਹੀਂ ਛੱਡਦਾ। ਪੰਜਾਬ ਦੇ ਲੋਕਾਂ ਨੂੰ ਪੰਜਾਬ ਮੁੱਖ ਰੱਖ ਕੇ ਚੱਲਣਾ ਚਾਹੀਦਾ, ਔਰ ਕੈਂਡੀਡੇਟ ਦੀ ਚੋਣ ਇਸ ਤਰੀਕੇ ਨਾਲ ਕਰਨੀ ਚਾਹੀਦੀ ਹੈ ਕਿ ਜਿਹੜਾ ਤੁਹਾਡਾ ਹੋਵੇ, ਉਹ ਨਾ ਹੋਵੇ ਜਿਹੜਾ ਤੁਹਾਡੇ ਕੋਲੋਂ ਵੋਟਾਂ ਲਵੇ ਤੇ ਵੋਟਾਂ ਲੈਣ ਦੇ ਬਾਅਦ ਬਣ ਜਾਏ ਕਿਸੇ ਹੋਰ ਦਾ। ਪਰ ਹੋਰ ਦਾ ਬਣਨਾ ਉਹਨਾਂ ਦੀ ਮਜਬੂਰੀ ਆ। ਜਿਵੇਂ ਕਬੂਤਰ ਹੈ ਨਾ, ਕਬੂਤਰ ਜਿਹੜੇ ਲੋਕ ਕਬੂਤਰਬਾਜ਼ ਨੇ, ਕਬੂਤਰ ਪਾਲਦੇ ਆ, ਉਹਨਾਂ ਨੇ ਆਪਣੇ ਕਬੂਤਰਾਂ ਨੂੰ ਬੜੀ ਬੜੀ ਖੁਰਾਕ ਖਵਾਈ ਹੁੰਦੀ ਹੈ। ਉਹ ਕਬੂਤਰ ਭਾਵੇਂ 7 ਅਸਮਾਨੀ ਡਾਰੀਆਂ ਮਾਰ ਆਉਣ, ਆਪਣੇ ਹੀ ਆਲਣੇ ਤੇ ਆ ਕੇ ਬਹਿੰਦੇ ਆ, ਛਤਰੀ ਆਪਣੀ ਤੇ ਬਹਿੰਦੇ ਆ, ਆਪਣੀ ਛਤਰੀ ਤੇ ਬਹਿੰਦੇ ਆ। ਸੋ ਇਸ ਕਰਕੇ ਇਹ ਜਿਹੜੇ ਸਿਆਸੀ ਕਬੂਤਰ ਨੇ ਜਿਹਦੀ ਛਤਰੀ ਤੋਂ ਉੱਡਣਗੇ ਉੱਥੇ ਹੀ ਆ ਕੇ ਬਹਿਣਗੇ। ਇਹਨਾਂ ਨੂੰ ਝਾਂਜਰਾਂ ਵੀ ਪਾਈਆਂ ਨੇ, ਇਹਨਾਂ ਨੂੰ ਚੋਗਾ ਵੀ ਵਧੀਆ ਖਵਾਇਆ ਜਾਂਦਾ, ਤੇ ਇਹ ਆਪਣੇ ਮਾਲਕ ਦੀ ਛਤਰੀ ਤੇ ਬਹਿਣਗੇ ਨਾ। ਜਿੱਦਣ ਲੋਕ ਇਹਨਾਂ ਦੇ ਮਾਲਕ ਬਣ ਗਏ, ਲੋਕਾਂ ਦੀ ਛਤਰੀ ਤੋਂ ਜਿਹੜਾ ਕਬੂਤਰ ਉੱਡੇਗਾ ਉਹ ਲੋਕਾਂ ਦੀ ਛਤਰੀ ਤੇ ਆ ਕੇ ਬਹੇਗਾ। ਜਿੰਨੀ ਦੇਰ ਤੱਕ ਸਿਆਸੀ ਆਗੂਆਂ ਦੀਆਂ ਛਤਰੀਆਂ ਤੋਂ ਕਬੂਤਰ ਉੱਡਣਗੇ, ਇਹ ਉਹਨਾਂ ਦੀਆਂ ਛਤਰੀਆਂ ਤੇ ਬਹਿਣਗੇ, ਲੋਕਾਂ ਦਾ ਕੱਖ ਨਹੀਂ ਸਵਾਰਨਗੇ, ਲੋਕ ਧਰਨਿਆਂ ਜੋਗੇ ਰਹਿਣਗੇ।
ਤੇ ਇਹ ਐਸ਼ਾਂ ਕਰਨ। ਸੋ ਦੋਸਤੋ, ਗਰਾਊਂਡ ਪੰਜਾਬ ਤੇ ਅੱਜ ਦੀ ਇੰਟਰਵਿਊ ਦਾ ਸਾਡਾ ਇਹ ਮਕਸਦ ਸੀ, ਵਿਚਾਰ ਚਰਚਾ ਦਾ ਮਕਸਦ ਸੀ ਕਿ ਪੰਜਾਬ ਦੇ ਲੋਕ ਮੁੱਦਿਆਂ ਨੂੰ ਲੈ ਕੇ ਜਿਹੜੀ ਉਹ ਖੁੱਲ੍ਹ ਕੇ ਗੱਲ ਕੀਤੀ ਜਾਵੇ ਕਿ ਲੀਡਰ ਜਿਹੜੇ ਇਸ ਵੇਲੇ ਕਿਹੜੀ ਭੂਮਿਕਾ ਨਿਭਾ ਰਹੇ ਨੇ। ਸੋ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਗੱਲਬਾਤ ਪਸੰਦ ਆਏਗੀ। ਤੁਸੀਂ ਹੋਰ ਅੱਗੇ ਵੀ ਸਾਡੇ ਨਾਲ ਵਿਚਾਰ ਚਰਚਾ ਕਰਨ ਲਈ ਜੁੜ ਸਕਦੇ ਹੋ। ਫੇਸਬੁੱਕ ਤੇ YouTube ਪੇਜ ਦੇ ਉੱਪਰ ਵੀ ਤੁਸੀਂ ਸਾਨੂੰ ਫੋਲੋ ਤੇ ਸਬਸਕ੍ਰਾਈਬਰ ਕਰ ਸਕਦੇ ਹੋ। ਸੋ ਹੋਰ ਵੀ ਮੁੱਦਿਆਂ ਤੇ ਰੋਜ਼ਾਨਾ ਤੁਹਾਡੇ ਸਾਹਮਣੇ ਅਸੀਂ ਸਨਮੁਖ ਹੋਇਆ ਕਰਾਂਗੇ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ।